साध संगत कै अंचल लावो। बिखम नदी जाए तरनी। साध संगत कै अंचल लावो। बिखम नदी जाए तरनी। उठत सुखिया बैठत सुखिया। भौ नहीं लागै जा ऐसे बुझिया। राखा एक हमारा स्वामी। सगल कटा का अंतरजामी। राखा एक हमारा स्वामी। सगल कटा का अंतरजामी। सोए अचिंता जाग अचिंता। जहाँ कहाँ प्रभ तू वरतंता। घर सुख वसिया बाहर सुख पाया। कहो नानक गुरमंत्र दिरड़ाया। घर सुख वसिया बाहर सुख पाया। कहो नानक गुरमंत्र दिरड़ाया। ज्यों बुलावो त्यों बोलै स्वामी। कुदरत कवन हमारी। साध संग नानक जस गायो। जो प्रभ की अत प्यारी। साध संग नानक जस गायो। जो प्रभ की अत प्यारी। कवन वडाई कै सकूं बेअंत गुणीता। कर कृपा मोहि नाम देहो। नानक दर सरीता। कर कृपा मोहि नाम देहो। नानक दर सरीता। जुगो जुग अटल सतगुरु गुरगद्दी ते सुभाईमान गरीब नवाज सतगुरु दसां पातशाहियां दी जोत। भगत वत्सल पतित पावन करुणा निधान उपमा महान सतगुरु ਸਾਹਿਬ श्री गुरु ग्रंथ साहिब जी महाराज जी ਦੀ पावन पवित्र मुबारक अमृतमयी हजूरी विखे जुड़ बैठी सन्मान सत्कारयोग गुरु रूप साध संगत। सतगुरु जी दीयां रहमतां बख्शिशां होईयां हन। संध्या वेले गुरु के पावन दरबारां दी हाजरी भर रहे हां और गुरु घर दे कीर्तनियां पासों पावन पवित्र बाणी दे शब्द कीर्तन प्यार सत्कार सहित आप जी ने श्रवण कीते। ਸਾਹਿਬ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਇਹ ਘੜੀਆਂ ਆਪ ਜੀ ਨੇ ਸਕਾਰਥ ਬਣਾਈਆਂ ਹਨ, ਸਫਲ ਬਣਾਈਆਂ ਹਨ। ਇਸੇ ਤਰ੍ਹਾਂ ਆਓ ਕੁਝ ਸਮਾਂ ਹੋਰ
ਵੱਡੇ ਦੀਆਂ ਵਡਿਆਈਆਂ 'ਚ ਜੁੜੀਏ ਔਰ ਗੁਰਬਾਣੀ ਵਿਚਾਰ ਦੀ ਸਾਂਝ ਪਾਈਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਰਸਨਾ ਤੋਂ ਉਚਾਰਨ ਪਾਵਨ ਬਾਣੀ ਸਹਿਸਕ੍ਰਿਤੀ ਸ਼ਲੋਕ ਸਹਿਸਕ੍ਰਿਤੀ ਮਹਿਲਾ ਪੰਜਵਾਂ। ਇਸ ਬਾਣੀ ਦੀ ਵਿਚਾਰ ਦੀ ਲੜੀ ਆਪਾਂ ਆਰੰਭ ਕੀਤੀ ਹੈ ਔਰ ਰੋਜ਼ਾਨਾ ਗੁਰੂ ਚਰਨਾਂ 'ਚ ਜੁੜ ਕੇ, ਗੁਰੂ ਦਰਬਾਰ 'ਚ ਜੁੜ ਕੇ ਆਪ ਜੀ ਪਾਵਨ ਬਾਣੀ ਦੀ ਵਿਚਾਰ ਦਾ ਲਾਹਾ ਲੈਂਦੇ ਹੋ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਵੇ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ। ਇਸ ਬਾਣੀ ਦੀਆਂ 10 ਪੌੜੀਆਂ ਜਾਂ 10 ਸ਼ਲੋਕਾਂ ਦੀ ਜੋ ਵਿਚਾਰ ਹੈ ਉਹ ਆਪ ਜੀ ਨੇ ਪਿਛਲੇ ਦਿਨਾਂ 'ਚ ਸ਼ਰਵਣ ਕੀਤੀ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਖ-ਵੱਖ ਉਪਦੇਸ਼, ਸੰਦੇਸ਼, ਸਿੱਖਿਆਵਾਂ ਇਸ ਬਾਣੀ ਦੇ ਰਾਹੀਂ ਸਾਨੂੰ ਬਖਸ਼ ਰਹੇ ਹਨ। ਕੱਲ੍ਹ ਜਿੱਥੋਂ ਆਪਾਂ ਵਿਚਾਰ ਦੀ ਸੰਪੂਰਨਤਾ ਕੀਤੀ ਸੀ 10 ਨੰਬਰ ਸ਼ਲੋਕ, ਉਸ ਸ਼ਲੋਕ 'ਚ ਸਤਿਗੁਰੂ ਜੀ ਨੇ ਸਮਝਾਇਆ ਕਿ ਧਰਮ ਕਮਾਉਂਦਿਆਂ ਦੇਰੀ ਨਹੀਂ ਕਰਨੀ, ਢਿੱਲ ਨਹੀਂ ਕਰਨੀ, ਜਾਂ ਧਰਮ ਕਮਾਉਣ ਦੀ ਜਿਹੜੀ ਵਿਚਾਰ ਜੇ ਮਨ 'ਚ ਆਵੇ ਉਹਨੂੰ ਟਾਲਣਾ ਨਹੀਂ ਹੈ। ਔਰ ਪਾਪੀ ਕੋਈ ਫੁਰਨਾ, ਕੋਈ ਬੁਰਿਆਈ ਦਾ ਫੁਰਨਾ, ਕਿਸੇ ਮਾੜੇ ਕੰਮ ਦਾ ਫੁਰਨਾ ਕੋਈ ਮਨ 'ਚ ਬਣੇ ਉਹਨੂੰ ਟਾਲੋ। ਵਾਹਿਗੁਰੂ ਜੀ ਦੇ ਨਾਮ ਨੂੰ ਜੀਵਨ 'ਚ ਦ੍ਰਿੜ ਕਰੋ, ਲੋਭ ਦਾ ਤਿਆਗ ਕਰੋ। ਗੁਰੂ ਸੰਗਤ 'ਚ ਜੁੜਨਾ ਹੈ ਔਰ ਸੰਗਤ 'ਚ ਜੁੜਿਆਂ ਹੀ ਜੀਵਨ 'ਚੋਂ ਪਾਪ ਮੁੱਕਦੇ ਨੇ ਔਰ ਧਰਮ ਦੀ ਸਮਝ ਪੈਂਦੀ ਹੈ। ਧਰਮ ਕੀ ਹੈ? ਸਤਿਗੁਰੂ ਜਦੋਂ ਸਾਨੂੰ ਸਮਝਾਉਂਦੇ ਨੇ ਕਿ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਸਮਝ ਸਾਨੂੰ ਗੁਰੂ ਕੇ ਦਰਬਾਰ 'ਚੋਂ ਆ ਕੇ ਮਿਲਦੀ ਹੈ ਕਿ ਸਾਰਿਆਂ ਤੋਂ ਉੱਤਮ ਧਰਮ ਹੈ ਪਰਮਾਤਮਾ ਨੂੰ ਧਿਆਉਣਾ, ਚੰਗੇ ਕੰਮ ਕਰਨੇ, ਸਰਬੱਤ ਦਾ ਭਲਾ ਕਰਨਾ, ਵੰਡ ਕੇ ਛਕਣਾ, ਇਹ ਧਰਮ ਹੈ। ਇਹ ਸਾਰੀਆਂ ਦਾਤਾਂ ਮਿਲਦੀਆਂ ਕਿਹਨੂੰ ਹਨ? ਨਾਨਕ ਜੇ ਸੋ ਪ੍ਰਸੰਨ ਮਾਧਵੈ, ਜਿਹਦੇ ਤੇ ਉਹ ਮਾਇਆ ਦਾ ਪਤੀ ਪਰਮ ਪਰਮੇਸ਼ਵਰ ਵਾਹਿਗੁਰੂ ਮਾਧਵ ਅਕਾਲ ਪੁਰਖ ਪ੍ਰਸੰਨ ਹੋਇਆ, ਜਿਹਦੇ ਤੇ ਦਾਤੇ ਦੀ ਪ੍ਰਸੰਨਤਾ ਵਰਤੀ, ਉਹਨੂੰ ਫਿਰ ਇਹ ਦਾਤਾਂ, ਚੰਗਿਆਈਆਂ, ਸ਼ੁਭ ਗੁਣ, ਨਾਮ, ਇਬਾਦਤ ਦੀ ਦਾਤ, ਇਹ ਸਾਰਾ ਕੁਝ ਉਹਦੀ ਝੋਲੀ 'ਚ ਪੈਂਦਾ ਹੈ। ਇਹ ਵਿਚਾਰ ਸਤਿਗੁਰੂ ਜੀ ਨੇ ਪਿਛਲੇ 10 ਨੰਬਰ ਸ਼ਲੋਕ 'ਚ ਬਖਸ਼ਿਸ਼ ਕੀਤੀ। ਇਸ ਤੋਂ ਅੱਗੇ 11 ਨੰਬਰ ਸ਼ਲੋਕ ਹੈ ਔਰ ਨਾਲ ਦੀ ਨਾਲ ਅੱਜ ਇਹ ਯਤਨ ਕੀਤਾ ਹੈ ਕਿ ਆਪ ਜੀ ਸਾਹਮਣੇ ਜੋ ਸਕਰੀਨਾਂ ਹੈ ਉਹਦੇ ਰਾਹੀਂ ਵੀ ਸ਼ਬਦ ਦੇਖ ਸਕਦੇ ਹੋ, ਤਾਂ ਕਿ ਜਿਹੜੇ ਕੁਝ ਔਖੇ ਸ਼ਬਦ ਹੁੰਦੇ ਹਨ, ਜਿਹਦੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਕੁਝ ਸ਼ਬਦਾਂ ਦਾ ਜ਼ਿਕਰ ਕੀਤਾ ਕਿ ਉਹਨਾਂ ਦਾ ਉਚਾਰਨ ਕਿਸ ਤਰੀਕੇ ਦੇ ਨਾਲ ਕਰਨਾ ਹੈ, ਕਿਉਂਕਿ ਮੁੱਖ ਰੂਪ ਦੇ ਵਿੱਚ ਸੰਗਤ ਨੂੰ, ਗੁਰਬਾਣੀ ਪੜ੍ਹਨ ਵਾਲੇ ਪ੍ਰੇਮੀਆਂ ਨੂੰ ਇਹ ਬਾਣੀ ਪੜ੍ਹਨ ਦੇ ਵਿੱਚ ਕਠਿਨਾਈ ਆਉਂਦੀ ਹੈ। ਹਾਲਾਂਕਿ ਜੇ ਥੋੜ੍ਹਾ ਧਿਆਨ ਦੇ ਨਾਲ ਇਸ ਬਾਣੀ ਨੂੰ ਆਪਾਂ ਪੜ੍ਹੀਏ ਤੇ ਰਸ ਬੜਾ ਇਸ ਬਾਣੀ 'ਚ ਬਣਦਾ ਹੈ, ਬੜਾ ਰਸ ਬਣਦਾ ਹੈ। ਪਰ ਉਦੋਂ ਰਸ ਬਣਦਾ ਹੈ ਜਦੋਂ ਸਾਨੂੰ ਸ਼ਬਦਾਂ ਦੇ ਉਚਾਰਨ ਦੀ ਸਮਝ ਪੈਂਦੀ ਹੈ, ਸ਼ਬਦਾਂ ਦੇ ਅਰਥਾਂ ਤੇ ਭਾਵ ਅਰਥਾਂ ਦੀ ਸਮਝ ਪੈਂਦੀ ਹੈ। ਸੋ ਚੰਗੀ ਤਰ੍ਹਾਂ ਅਸੀਂ ਬਾਣੀ ਦੇ ਉਚਾਰਨ ਨੂੰ ਸਮਝ ਸਕੀਏ, ਸ਼ਬਦਾਂ ਨੂੰ ਸਮਝ ਸਕੀਏ, ਇਹਨਾਂ ਦਾ ਉਚਾਰਨ ਕਿੱਦਾਂ ਕਰਨਾ ਹੈ। ਇਸੇ ਕਰਕੇ ਇਹ ਨਾਲ ਦੀ ਨਾਲ ਇੱਕ ਯਤਨ ਹੈ ਕਿ ਇਹ ਅਸੀਂ ਇੱਦਾਂ ਸਮਝੀਏ ਜਿਵੇਂ ਆਪਾਂ ਕਲਾਸ 'ਚ ਬੈਠੇ ਹਾਂ, ਪੜ੍ਹ ਰਹੇ ਹਾਂ। ਇਹਨੂੰ ਗੁਰਬਾਣੀ ਸੰਥਿਆ ਦੀ ਆਪਾਂ ਇੱਕ ਕਲਾਸ ਦੇ ਤੌਰ 'ਤੇ ਲੈ ਸਕਦੇ ਹਾਂ ਤੇ ਅਸੀਂ ਸਾਰੇ ਹੀ ਸਿਖਿਆਰਥੀ ਹਾਂ।
ਸਾਡੇ ਲਈ ਸਾਡਾ ਪਾਂਧਾ ਹੈ, ਸਾਡਾ ਅਧਿਆਪਕ ਹੈ, ਸਾਡਾ ਗੁਰੂ, ਜਿਹੜੇ ਗੁਰੂ ਨੇ ਰਹਿਮਤ ਕਰਕੇ ਸਾਨੂੰ ਗਿਆਨ ਦੀ ਸਮਝ ਬਖਸ਼ਣੀ ਹੈ। ਸੋ ਆਓ ਸ਼ਬਦ ਦੀ ਬਾਣੀ ਦੀ ਵਿਚਾਰ ਦੇ ਨਾਲ ਜੁੜੀਏ। ਮਹਾਰਾਜ ਫਰਮਾਨ ਕਰਦੇ ਹਨ, ਮਿਰਤ ਮੋਹੰ ਅਲਪ ਬੁੱਧਿਅੰ ਰਚੰਤ ਬਨਤਾ ਬਿਨੋਦ ਸਾਹੰ। ਇੱਥੇ ਬੁੱਧਿਅੰ ਸ਼ਬਦ ਆਪ ਸਕਰੀਨ ਤੇ ਵੇਖੋ, ਉਹਦੇ ਧੱਦੇ ਦੇ ਪੈਰ ਦੇ ਵਿੱਚ ਇੱਕ ਮਾਤਰਾ ਲੱਗੀ, ਇਹਨੂੰ ਹਲੰਤ ਕਹਿੰਦੇ ਹਨ। ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਸੀ, ਅੱਜ ਕਿਉਂਕਿ ਸਾਹਮਣੇ ਦਿਸ ਰਿਹਾ ਹੈ ਸੋ ਦੁਬਾਰਾ ਮੈਂ ਰਿਪੀਟ ਕਰਾਂ। ਬਾਣੀ 'ਚ ਜਿੱਥੇ ਵੀ ਇਹ ਮਾਤਰਾ ਸ਼ਬਦ ਦੇ ਪੈਰ 'ਚ ਆਉਂਦੀ ਹੈ, ਉੱਥੇ ਜਿਹੜੇ ਸ਼ਬਦ ਦੇ ਪੈਰ 'ਚ ਇਹ ਮਾਤਰਾ ਲੱਗੀ ਹੈ, ਉਸ ਸ਼ਬਦ ਨੂੰ, ਅੱਖਰ ਨੂੰ ਸਿਹਾਰੀ ਲਗਾਉਣੀ ਹੈ, ਉਹਦੇ ਤੋਂ ਅੱਗੇ ਐੜਾ ਲਗਾ ਕੇ ਫਿਰ ਇਹਨੂੰ ਪੜ੍ਹਨਾ ਹੈ। ਇਹ ਸ਼ਬਦ ਦਾ ਉਚਾਰਨ ਆਪਾਂ ਇੱਥੇ ਕਰਾਂਗੇ ਬੁੱਧਿਅੰਗ, ਬੱਬੇ ਨੂੰ ਔਂਕੜ ਲੱਗੀ ਹੈ, ਧੱਦੇ ਦੇ ਪੈਰ 'ਚ ਉਹ ਮਾਤਰਾ ਹੈ, ਇਸ ਕਰਕੇ ਧੱਦੇ ਦੇ ਸਿਹਾਰੀ ਅੱਗੇ ਐੜਾ ਤੇ ਜਿਹੜੀ ਬੱਬੇ ਤੇ ਧੱਦੇ ਤੇ ਟਿੱਪੀ ਲੱਗੀ ਆ, ਉਹ ਐੜੇ ਤੇ ਟਿੱਪੀ ਪੜੀ ਜਾਏਗੀ, ਬੁੱਧਿਅੰਗ ਬੁੱਧੀ। ਔਰ ਜਿੱਥੇ ਵੀ ਬਾਣੀ 'ਚ ਇਹ ਸ਼ਬਦ ਆਉਂਦਾ ਹੈ, ਸੁਖਮਨੀ ਸਾਹਿਬ ਦੇ ਆਰੰਭ 'ਤੇ ਵੀ ਜਿੱਥੇ ਆਉਂਦਾ, ਉੱਥੇ ਵੀ ਇਸੇ ਤਰ੍ਹਾਂ ਜਿਹੜੇ ਅੱਖਰ ਦੇ ਪੈਰ 'ਚ ਇਹ ਮਾਤਰਾ ਲੱਗੀ, ਉਸ ਅੱਖਰ ਨੂੰ ਸਿਹਾਰੀ ਲਗਾ ਕੇ ਅੱਗੇ ਐੜਾ ਬਣਾ ਕੇ ਪੜ੍ਹ ਦੇਣਾ ਹੈ। ਮਹਾਰਾਜ ਕਹਿੰਦੇ, ਮਿਰਤ ਮੋਹੰ ਅਲਪ ਬੁੱਧਿਅੰ। ਅਲਪ ਬੁੱਧੀ ਵਾਲਾ, ਘੱਟ ਮੱਤ ਵਾਲਾ, ਹੋਛੀ ਮੱਤ ਵਾਲਾ। ਅਲਪ ਦਾ ਮਤਲਬ ਹੈ ਥੋੜ੍ਹੀ, ਬੁੱਧਿਅੰ ਦਾ ਮਤਲਬ ਹੈ ਬੁੱਧੀ। ਜਿਹੜਾ ਘੱਟ ਮੱਤ ਵਾਲਾ ਮਨੁੱਖ ਹੈ, ਉਹ ਕੀ ਕਰਦਾ ਹੈ? ਮਿਰਤ ਮੋਹੰ, ਮਿਰਤ ਭਾਵ ਨਾਸ਼ਵਾਨ ਪਦਾਰਥਾਂ ਦੇ ਮੋਹ 'ਚ ਫਸਿਆ ਹੋਇਆ ਹੈ। ਜਿਹੜੇ ਬਿਨਸ ਜਾਣ ਵਾਲੇ, ਖਤਮ ਹੋਣ ਵਾਲੇ ਹਨ, ਹੋਛੇ ਪਦਾਰਥ ਹਨ, ਉਹਨਾਂ ਦੇ ਮੋਹ 'ਚ ਫਸਿਆ ਹੈ। ਕੌਣ? ਘੱਟ ਮੱਤ ਵਾਲਾ ਮਨੁੱਖ। ਤੇ ਕਿਹੜੇ ਕਿਹੜੇ ਪਦਾਰਥਾਂ 'ਚ, ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਫਿਰ ਇਹ ਬੇਅਕਲਾ ਮਨੁੱਖ ਫਸਿਆ ਹੋਇਆ ਹੈ? ਮਹਾਰਾਜ ਕਹਿੰਦੇ, ਰਚੰਤ ਬਨਤਾ ਬਿਨੋਦ ਸਾਹੰ। ਬਨਤਾ ਦਾ ਮਤਲਬ ਹੈ ਇਸਤਰੀ, ਪਤਨੀ। ਬਿਨੋਦ ਸਾਹੰਗ ਦਾ ਮਤਲਬ ਹੈ ਕਲੋਲਾਂ ਤੇ ਚਾਵਾਂ ਦੇ ਵਿੱਚ। ਔਰ ਵੇਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਆਪਾਂ ਪੜ੍ਹੀਏ ਨਾ, ਖਾਸ ਤੌਰ 'ਤੇ ਮਨੁੱਖ ਨੇ ਪੁਰਸ਼ ਨੂੰ, ਆਦਮੀ ਨੂੰ ਸੰਬੋਧਨ ਕਰਕੇ ਬਹੁਤ ਥਾਵਾਂ 'ਤੇ ਇਹ ਗੱਲ ਕਹੀ ਹੈ ਕਿ ਤੂੰ ਇਸਤਰੀ ਦੇ ਕਲੋਲਾਂ ਦੇ ਵਿੱਚ, ਰੰਗ ਤਮਾਸ਼ਿਆਂ ਦੇ ਵਿੱਚ ਜਾਂ ਵਿਕਾਰਾਂ ਦੇ ਵਾਸ਼ਨਾਵਾਂ ਦੇ ਵਿੱਚ ਫਸਿਆ ਹੋਇਆ ਹੈ। ਉਹਦਾ ਕਾਰਨ ਹੈ ਇੱਕ, ਪੁਰਸ਼ਾਂ ਦੀ ਬਿਰਤੀ ਜ਼ਿਆਦਾ ਕਾਮੀ ਬਿਰਤੀ, ਬਿਲਾਸੀ ਬਿਰਤੀ ਹੁੰਦੀ ਹੈ। ਤੇ ਪੁਰਾਣੇ ਸਮਿਆਂ ਤੋਂ ਵੈਸੇ ਵੀ ਇਸਤਰੀ ਨੂੰ ਵੇਖੋ ਬੜੀ ਮਾੜੀ ਨਜ਼ਰ ਦੇ ਨਾਲ ਸਾਡੇ ਸਮਾਜ ਨੇ ਵੇਖਿਆ ਹੈ। ਇਹ ਤੇ ਗੁਰੂ ਨਾਨਕ ਸਾਹਿਬ ਦੀ ਰਹਿਮਤ। ਮਹਾਰਾਜ ਕਹਿਣ ਲੱਗੇ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਨਹੀਂ ਤੇ ਆਪਾਂ ਅੱਜ ਵੀ ਸਮਾਜ ਦੀ ਵੇਖੋ ਨਜ਼ਰ, ਵੇਖੋ ਆਪਾਂ ਟੀਵੀ ਤੇ ਵੇਖਦੇ ਹਾਂ ਤੇ ਤਰ੍ਹਾਂ ਤਰ੍ਹਾਂ ਦੀਆਂ ਐਡ ਆਉਂਦੀਆਂ, ਮਸ਼ਹੂਰੀਆਂ ਆਉਂਦੀਆਂ ਨੇ, ਤੇ ਇਸਤਰੀਆਂ ਨੂੰ ਕੀ ਬਣਾ ਕੇ ਵਿਖਾਇਆ ਜਾਂਦਾ ਹੈ? ਗੀਤ ਗਾਣਿਆਂ ਦੇ ਅੰਦਰ ਕੀ ਗਾਇਆ ਜਾਂਦਾ? ਹਰ ਜਗ੍ਹਾ ਤੇ ਕਿੱਦਾਂ ਕਿੱਦਾਂ ਦੇ ਉਹ ਸ਼ਬਦ ਵਰਤਦੇ ਹਨ, ਤੇ ਕਿੱਦਾਂ ਕਿੱਦਾਂ ਦਾ ਨਗੇਜ ਉਹ ਇਸਤਰੀਆਂ ਦਾ ਦਿਖਾ ਕੇ, ਤੇ ਉਹ ਆਪਣੀ ਪ੍ਰਮੋਸ਼ਨ, ਆਪਣੇ ਲਾਲਚ ਦੇ ਲਈ ਕੀ ਬਣਾ ਕੇ ਉਹ ਅੱਗੇ ਸਾਨੂੰ ਵਿਖਾਉਂਦੇ ਹਨ। ਕਿੰਨੀ ਨੀਵੇਂ ਪੱਧਰ ਦੀ ਸੋਚ ਹੈ ਉਹਨਾਂ ਲੋਕਾਂ ਦੀ। ਤੇ ਉਸੇ ਨੀਵੀਂ ਸੋਚ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਹਰ ਰੱਖਿਆ ਕਿ ਵੇਖ, ਉਹ ਤੇਰੀ ਜਨਨੀ ਹੈ, ਜਨਮ ਦੇਣ ਵਾਲੀ ਤੇਰੀ ਮਾਂ ਹੈ, ਤੇਰੀ ਭੈਣ ਹੋ ਸਕਦੀ ਹੈ, ਤੇਰੀ ਧੀ ਹੋ ਸਕਦੀ। ਤੂੰ ਕਿਹੜੇ ਨਜ਼ਰ ਦੇ ਨਾਲ ਉਹਨੂੰ ਵੇਂਦਾ ਹੈ? ਤੂੰ ਕੀ ਉਹਨੂੰ ਕੇਵਲ ਇੱਕ ਵਿਖਾਵੇ ਦੀ ਚੀਜ਼ ਬਣਾ ਕੇ ਰੱਖ ਦਿੱਤਾ, ਇੱਕ ਵੇਚਣ ਤੇ ਖਰੀਦਣ ਵਾਲੀ ਵਸਤੂ ਬਣਾ ਕੇ ਰੱਖ ਦਿੱਤਾ, ਜਿਹਦੀ ਕੁੱਖ ਦੇ ਵਿੱਚੋਂ ਤੂੰ ਜਨਮ ਲਿਆ? ਉਸੇ ਪ੍ਰਤੀ ਤੇਰੀ ਇੰਨੀ ਮਾੜੀ ਨਜ਼ਰ ਤੇ ਇੰਨਾ ਮਾੜਾ ਨਜ਼ਰੀਆ। ਉਹਨੂੰ ਤੂੰ ਇੰਟਰਟੇਨਮੈਂਟ ਦਾ ਸਾਧਨ, ਰੰਗ ਤਮਾਸ਼ਿਆਂ ਦਾ ਸਾਧਨ ਬਣਾ ਲਿਆ। ਇਹ ਕਿਹੜੇ ਮਨੁੱਖ ਦੇ ਇਹ ਕਰਮ ਹਨ? ਮਹਾਰਾਜ ਕਹਿੰਦੇ, ਅਲਪ ਬੁੱਧਿਅੰਗ, ਛੋਟੀ ਮੱਤ ਵਾਲੇ, ਹੋਛੀ ਮੱਤ ਵਾਲੇ, ਮਾੜੀ ਮੱਤ ਵਾਲੇ ਮਨੁੱਖ ਦੀ ਇਹ ਬਿਰਤੀ ਹੈ ਕਿ ਉਹ ਰਚੰਤ ਬਨਤਾ ਬਿਨੋਦ ਸਾਹੰਗ। ਇਸਤਰੀਆਂ ਦੇ ਰੰਗ ਤਮਾਸ਼ਿਆਂ, ਕਲੋਲਾਂ, ਵਿਲਾਸਾਂ, ਵਿਸ਼ਿਆਂ, ਵਿਕਾਰਾਂ ਦੇ ਵਿੱਚ ਉਹ ਫਸੇ ਰਹਿੰਦੇ ਹਨ। ਜੌਬਨ ਬਹਿਕ੍ਰਮ ਕਨਕ ਕੁੰਡਲ ਹੈ। ਇਹ ਸ਼ਬਦ ਨੂੰ ਪੜ੍ਹਨਾ ਹੈ ਜੌਬਨ। ਪਹਿਲੇ ਨੰਬਰ 'ਤੇ ਮਹਾਰਾਜ ਕਹਿੰਦੇ
ਅਲਪ ਮਤ ਵਾਲਾ ਮਨੁੱਖ ਫਸਿਆ ਹੈ। ਇੱਧਰ ਇਸਤਰੀ ਦੇ ਰੰਗ ਤਮਾਸ਼ਿਆਂ ਕਲੋਲਾਂ 'ਚ ਮਸਤ ਹੈ। ਦੂਜੇ ਨੰਬਰ ਤੇ ਅਲਪ ਮਤ ਵਾਲੇ ਮਨੁੱਖ ਦੇ ਅੰਦਰ ਅਹੰਕਾਰ ਹੈ, ਆਪਣੀ ਜੋਬਨ ਦਾ, ਆਪਣੀ ਜਵਾਨੀ ਦਾ ਬੜਾ ਹੰਕਾਰ ਮਨੁੱਖ ਕਰਦਾ ਹੈ। ਇੱਕ ਜਗ੍ਹਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਧਨ ਜੋਬਨ ਪ੍ਰਭਤਾ ਕੈ ਮਦ ਮੈਂ ਐਨਿਸ ਫਿਰੈ ਦੀਵਾਨਾ। ਇਹਨੂੰ ਧਨ ਦਾ ਬੜਾ ਹੰਕਾਰ ਬੰਦੇ ਨੂੰ ਹੁੰਦਾ ਹੈ, ਫਿਰ ਜੋਬਨ ਦਾ ਬੜਾ ਹੰਕਾਰ ਔਰ ਜਵਾਨੀ ਦਾ ਬਲ ਦਾ ਬੜਾ ਹੰਕਾਰ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਅਲਪਵਤ ਵਾਲਾ ਮਨੁੱਖ ਜੋਬਨ ਦੇ ਜਵਾਨੀ ਦੇ ਨਸ਼ੇ 'ਚ ਫਸਿਆ ਹੈ, ਬੈਕਰਮ ਤਾਕਤ ਦੇ ਨਸ਼ੇ ਦੇ ਵਿੱਚ ਫਸਿਆ ਹੈ। ਕਨਕ ਕੁੰਡਲ ਹੈ, ਕਨਕ ਦਾ ਭਾਵ ਹੈ ਸੋਨਾ ਤੇ ਕੁੰਡਲੇ ਦਾ ਭਾਵ ਹੈ ਸੋਨੇ ਦੀਆਂ ਵਾਲੀਆਂ ਆਦਿਕ। ਹੁਣ ਲੜਕੀਆਂ ਇਸਤਰੀਆਂ ਤੇ ਠੀਕ ਹੈ ਆਪਣੇ ਸਰੀਰ ਦੇ ਸ਼ਿੰਗਾਰ ਦੇ ਲਈ ਕੁਝ ਗਹਿਣੇ ਆਦਿਕ ਪਹਿਨਦੀਆਂ ਹਨ, ਪਰ ਆਪਾਂ ਵੇਖਦੇ ਇੱਥੇ ਆਦਮੀਆਂ ਨੇ ਵੀ ਕੰਨਾਂ 'ਚ ਨੱਤੀਆਂ ਪਾਈਆਂ ਹੁੰਦੀਆਂ ਹਨ। ਹੁਣ ਉਹ ਕੀ ਹੈ? ਇੱਕ ਫੋਕਾ ਵਿਖਾਵਾ, ਇੱਕ ਆਪਣੇ ਹੰਕਾਰ ਦਾ ਵਿਖਾਵਾ ਜਾਂ ਹੋਛੀ ਮੱਤ ਦਾ ਵਿਖਾਵਾ, ਬਿਨਾਂ ਕਾਰਨ ਸੋਨੇ ਚਾਂਦੀ ਆਦਿਕ ਦਾ ਵਿਖਾਵਾ ਕਰਨਾ। ਮਹਾਰਾਜ ਕਹਿੰਦੇ ਇਹ ਅਲਪ ਮਤ, ਘੱਟ ਮਤ ਵਾਲੇ ਮਨੁੱਖ ਦੀ ਨਿਸ਼ਾਨੀ ਜੇ। ਫਿਰ ਅੱਗੇ ਉਹ ਹੋਰ ਕਿਹੜੀਆਂ ਚੀਜ਼ਾਂ 'ਚ ਫਸਿਆ ਹੈ? ਬਚਿੱਤਰ ਮੰਦਰ ਸੁਬੰਤ ਬਸਤਰਾ ਇਤਿਅੰਤ ਮਾਇਆ ਵਿਆਪਤੰਗ। ਬਚਿੱਤਰ ਮੰਦਰ, ਸੋਹਣੇ ਸੋਹਣੇ ਘਰਾਂ ਦਾ, ਇਹ ਕੁਝ ਚੀਜ਼ਾਂ ਦੇ ਵੇਖੋ ਕਈਆਂ ਨੂੰ ਬੜੇ ਲਾਲਚ ਹੁੰਦੇ ਹਨ, ਜਾਂ ਇੱਕ ਸ਼ੌਂਕ ਕਹਿ ਲਵੋ, ਜਾਂ ਉਹਨਾਂ ਚੀਜ਼ਾਂ ਦੇ ਵਿੱਚ ਹੀ ਉਹ ਮਨੁੱਖ ਫਸੇ ਹੁੰਦੇ ਨੇ। ਸ਼੍ਰੀ ਰਾਗ ਅੰਦਰ ਇੱਕ ਸ਼ਬਦ 'ਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬੜਿਆਂ ਰਸਾਂ 'ਚ ਬੰਦਾ ਫਸਿਆ ਹੈ। ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਪੁਰਾਣੇ ਸਮਿਆਂ 'ਚ ਲੋਕ ਘੋੜਿਆਂ ਦਾ ਵੀ ਬੜਾ ਰਸ ਰੱਖਦੇ ਸਨ, ਤੇ ਜਦੋਂ ਚਾਰ ਬੰਦੇ ਘੋੜਿਆਂ ਦੇ ਸ਼ੌਕੀਨ ਬਹਿੰਦੇ ਸਨ ਤੇ ਘੋੜਿਆਂ ਦੀਆਂ ਨਸਲਾਂ ਦੀਆਂ ਹੀ ਗੱਲਾਂ ਕਰੀ ਜਾਂਦੇ ਸਨ। ਜਿਵੇਂ ਆਪਾਂ ਅੱਜ ਦੇ ਸਮੇਂ 'ਚ ਲੋਕ ਕਾਰਾਂ ਦੇ ਜਿਹੜੇ ਸ਼ੌਕੀਨ ਹਨ, ਉਹ ਬਸ ਕਾਰਾਂ ਦੀਆਂ ਹੀ ਗੱਲਾਂ ਕਰੀ ਜਾਣਗੇ, ਕਾਰਾਂ ਬਾਰੇ ਹੀ ਉਹ ਗੱਲਾਂ ਕਰੀ ਜਾਣਗੇ, ਕਿਉਂਕਿ ਬਿਰਤੀ ਉੱਥੇ ਹੈ, ਉਸੇ ਚੀਜ਼ ਦਾ ਰਸ ਹੈ। ਕਿਸੇ ਨੂੰ ਰਸ ਹੈ ਸੋਹਣੇ ਸੋਹਣੇ ਘਰਾਂ ਦਾ, ਲੋਕ ਪਤਾ ਨਹੀਂ ਕਿੰਨੇ ਪੈਸੇ ਘਰਾਂ 'ਤੇ ਹੀ ਲਗਾ ਦਿੰਦੇ। ਠੀਕ ਹੈ, ਰਹਿਣ ਦੇ ਲਈ ਮਕਾਨ ਕੁੱਲੀ ਚਾਹੀਦੀ ਹੈ, ਪਰ ਕੇਵਲ ਉਸੇ 'ਤੇ ਹੀ ਧਿਆਨ ਅਟਕਿਆ ਰਹਿਣਾ, ਉਦੋਂ ਬਾਹਰ ਕੁਝ ਸੋਚਣਾ ਹੀ ਨਾ। ਤੇ ਸਾਹਿਬ ਕਹਿੰਦੇ ਜਿਨ੍ਹਾਂ ਦੀ ਬਿਰਤੀ ਉੱਥੇ ਹੀ ਅਟਕੀ ਰਹਿੰਦੀ ਹੈ, ਇੱਕ ਗੁਰੂ ਕੀ ਬਾਣੀ ਦਾ ਆਪਾਂ ਬਚਨ ਪੜ੍ਹਦੇ ਹਾਂ, ਫਿਰ ਸਾਰੀ ਜ਼ਿੰਦਗੀ ਵੀ ਬੰਦੇ ਦਾ ਧਿਆਨ ਘਰ 'ਤੇ ਅਟਕਿਆ ਰਹਿੰਦਾ ਤੇ ਮਰਦਿਆਂ ਵੀ ਉਸੇ 'ਤੇ ਹੀ ਧਿਆਨ ਅਟਕਿਆ ਰਹਿੰਦਾ ਕਿ ਇੰਨਾ ਸੋਹਣਾ ਮੈਂ ਮਹਿਲ ਬਣਾਇਆ ਸੀ, ਹੁਣ ਛੱਡ ਕੇ ਜਾਣਾ ਪੈਣਾ ਹੈ। ਤੇ ਫਿਰ ਕੀ ਹੁੰਦਾ ਹੈ? ਭਗਤ ਤਰਲੋਚਨ ਜੀ ਕਹਿੰਦੇ, ਅੰਤ ਕਾਲ ਜੇ ਮੰਦਰ ਸਿਮਰੈ ਐਸੀ ਚਿੰਤਾ ਮੈਂ, ਜੇ ਮਰੇ ਪ੍ਰੇਤ ਜੋਨ ਵੱਲ ਵੱਲ ਉਤਰੇ। ਫਿਰ ਕਿੱਥੇ ਛੱਡਦਾ? ਉਹ ਤੇ ਉੱਥੇ ਹੀ ਭਟਕਦਾ, ਬਿਰਤੀ ਤੇ ਉੱਥੇ ਹੀ ਅਟਕੀ ਰਹਿ ਗਈ। ਸੋ ਗੁਰੂ ਅਰਜਨ ਸਾਹਿਬ ਕਹਿੰਦੇ ਬਚਿੱਤਰ ਮੰਦਰ, ਕਈਆਂ ਨੂੰ ਸੋਹਣੇ ਸੋਹਣੇ ਘਰਾਂ ਦਾ ਚਸਕਾ। ਘਰ ਸਾਨੂੰ ਸਾਰਿਆਂ ਨੂੰ ਰਹਿਣ ਦੇ ਲਈ ਚਾਹੀਦੇ ਨੇ, ਪਸ਼ੂਆਂ ਪੰਛੀਆਂ ਨੂੰ ਵੀ ਰਹਿਣ ਦੇ ਲਈ ਟਿਕਾਣੇ ਦੀ ਜ਼ਰੂਰਤ ਹੈ, ਪਰ ਘਰ 'ਚ ਅਟਕਣਾ ਨਹੀਂ ਹੈ ਤੇ ਘਰ ਪ੍ਰਾਪਤ ਕਰਕੇ ਘਰ ਦੇਣ ਵਾਲੇ ਵਾਹਿਗੁਰੂ ਨੂੰ ਭੁਲਾਉਣਾ ਨਹੀਂ ਹੈ। ਉਹਦਾ ਸ਼ੁਕਰ ਕਰਨਾ, ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ, ਉਹਨੂੰ ਧਿਆਉਣਾ ਹੈ। ਫਿਰ ਸੁਬੰਤ ਬਸਤਰਾ, ਕਈਆਂ ਦਾ ਧਿਆਨ ਮਹਾਰਾਜ ਕਹਿੰਦੇ ਕੱਪੜਿਆਂ ਤੇ ਬਸਤਰਾਂ 'ਤੇ ਹੀ ਲੱਗਾ ਰਹਿੰਦਾ, ਉਹ ਬਸ ਕੱਪੜਿਆਂ ਦੀਆਂ ਹੀ ਗੱਲਾਂ ਕਰੀ ਜਾਂਦੇ ਹਨ। ਇਤਿਅੰਤ ਮਾਇਆ ਵਿਆਪਤੰ, ਇੱਦਾਂ ਫਿਰ ਮਹਾਰਾਜ ਕਹਿੰਦੇ ਇਹਨਾਂ ਰੂਪਾਂ ਦੇ ਵਿੱਚ ਅਲਪ ਮਤ ਵਾਲੇ ਮਨੁੱਖ ਨੂੰ ਮਾਇਆ ਵਿਆਪਦੀ ਹੈ। ਇਹ ਸ਼ਬਦ ਦਾ ਉਚਾਰਨ ਕਰਨਾ ਹੈ ਇਤਿਅੰਤ। ਜਿਹੜੀ ਗੱਲ ਹੁਣੇ ਪਹਿਲਾਂ ਆਪਾਂ ਕੀਤੀ ਸੀ, ਪੈਰ 'ਚ ਮਾਤਰਾ ਲੱਗੀ ਹੈ, ਉਹਦਾ ਕਰਕੇ ਤੱਤੇ ਦੇ ਸਿਹਾਰੀ ਐੜਾ ਤੇ ਐੜੇ ਤੇ ਟਿੱਪੀ ਆਉਣੀ ਹੈ। ਇਤਿਅੰਤ ਇਹ ਸ਼ਬਦ ਇੱਦਾਂ ਪੜ੍ਹਨਾ ਹੈ। ਇਸੇ ਤਰ੍ਹਾਂ ਮਾਇਆ ਬੱਬੇ ਦੇ ਸਿਹਾਰੀ ਲੱਗ ਜਾਣੀ ਇੱਥੇ, ਕਿਉਂਕਿ ਪੈਰ 'ਚ ਮਾਤਰਾ ਹੈ, ਅੱਗੇ ਐੜਾ। ਵਿਆਪਤੰਗ, ਵਿਆਪ ਬੱਬੇ ਦੇ ਸਿਹਾਰੀ, ਐੜੇ ਨੂੰ ਕੰਨਾ, ਜਿਹੜਾ ਕੰਨਾ ਲੱਗਿਆ ਹੈ ਉਹ ਐੜੇ ਤੇ ਪੜ੍ਹਿਆ ਜਾਣਾ ਹੈ। ਵਿਆਪਤੰਗ
ਇਤਿਅੰਤ ਮਾਇਆ ਵਿਆਪਤੰ। ਮਹਾਰਾਜ ਕਹਿੰਦੇ ਇਹਨਾਂ ਰੂਪਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਫਿਰ ਮਨੁੱਖ ਨੂੰ ਮਾਇਆ ਵਿਆਪਦੀ ਹੈ। ਕਿਹੜੇ ਮਨੁੱਖ ਨੂੰ? ਉਹ ਸਤਿਗੁਰੂ ਨੇ ਪਹਿਲਾਂ ਗੱਲ ਕਰ ਦਿੱਤੀ, ਜਿਹੜਾ ਅਲਪ ਬੁੱਧ ਵਾਲਾ ਹੈ, ਘੱਟ ਮਤ ਵਾਲਾ ਹੈ। ਉਹ ਫਿਰ ਇੱਦਾਂ ਮਾਇਆ 'ਚ ਫਸਿਆ ਹੈ, ਮਾਇਆ ਦੇ ਰੰਗ ਤਮਾਸ਼ਿਆਂ 'ਚ ਫਸਿਆ, ਕੋਈ ਘਰ ਮੰਦਰ 'ਚ ਅਟਕਿਆ, ਕੋਈ ਕੱਪੜਿਆਂ 'ਤੇ ਅਟਕਿਆ ਪਿਆ ਹੈ, ਕੋਈ ਮਾਇਆ ਧਨ 'ਤੇ ਅਟਕ ਪਿਆ ਹੈ, ਕੋਈ ਆਪਣੇ ਸਰੀਰਕ ਬਲ 'ਤੇ ਅਟਕਿਆ, ਕਿਸੇ ਨੂੰ ਜਵਾਨੀ ਦਾ ਮਾਣ, ਕੋਈ ਹੋਰ ਰੰਗ ਤਮਾਸ਼ਿਆਂ 'ਚ ਫਸਿਆ ਹੈ। ਅੱਗੇ ਮਹਾਰਾਜ ਕਹਿੰਦੇ ਹੇ ਅਚੁੱਤ ਸ਼ਰਨ ਸੰਤ ਨਾਨਕ ਭੋ ਭਗਵਾਨੇ ਨਮੈ। ਹੇ ਅਚੁੱਤ, ਅਚੁੱਤ ਭਾਵ ਕਦੇ ਵੀ ਨਾ ਨਾਸ਼ ਹੋਣ ਵਾਲੇ ਅਬਿਨਾਸ਼ੀ ਵਾਹਿਗੁਰੂ ਜੀ, ਸ਼ਰਨ ਸੰਤ ਨਾਨਕ, ਹੇ ਮੇਰੇ ਮਾਲਕ ਜੀ ਆਪ ਸੰਤਾਂ ਦਾ ਸਹਾਰਾ ਹੋ। ਤੇ ਹੇ ਮੇਰੇ ਮਾਲਕ ਜੀਓ, ਜਿਹੜਾ ਤੁਹਾਡੇ ਚਰਨਾਂ ਦੇ ਵਿੱਚ ਜੁੜ ਗਿਆ ਉਹਨੂੰ ਮਾਇਆ ਨਹੀਂ ਵਿਆਪਦੀ ਹੈ। ਤੁਹਾਡੇ ਚਰਨਾਂ 'ਚ ਸਾਡਾ ਸਿਜਦਾ ਹੈ, ਸਾਨੂੰ ਆਪਣੇ ਚਰਨਾਂ ਦਾ ਸਹਾਰਾ ਦੇ ਕੇ ਤੇ ਮਾਇਆ ਦੇ ਪ੍ਰਭਾਵ ਤੋਂ ਬਚਾਵੋ, ਕਿਉਂਕਿ ਉਹ ਮਾਲਕ ਹੀ ਬਚਾਵੇ ਤੇ ਬੰਦਾ ਬਚ ਸਕਦਾ, ਗੁਰੂ ਹੀ ਰੱਖੇ ਤੇ ਬੰਦਾ ਰਹਿ ਸਕਦਾ, ਨਹੀਂ ਤੇ ਮਾਇਆ ਵੀ ਬੜੀ ਪ੍ਰਬਲ ਹੈ। ਕਬੀਰ ਸਾਹਿਬ ਕਹਿੰਦੇ ਕਬੀਰ ਆਈ ਮੁਝੈ ਪੈ ਅਨਕ ਕਰੈ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਸੰਸਾਰ ਨੂੰ ਭਰਮਾਉਣ ਵਾਲੀ ਮਾਇਆ ਨੇ ਕਹਿੰਦੇ ਸਾਡੇ ਤੇ ਵੀ ਪ੍ਰਭਾਵ ਪਾਉਣ ਦਾ ਬੜਾ ਯਤਨ ਕੀਤਾ, ਪਰ ਸਾਡੇ ਗੁਰੂ ਨੇ ਸਾਡੀ ਬਾਂਹ ਫੜ ਲਈ, ਅਸੀਂ ਮਾਇਆ ਤੋਂ ਬਚ ਗਏ। ਤੇ ਆਪਾਂ ਵੀ ਗੁਰੂ ਅੱਗੇ ਅਰਦਾਸ ਕਰੀਏ, ਮਾਲਕ ਜੀ ਤੁਸੀਂ ਸਾਡੀ ਬਾਂਹ ਫੜ ਕੇ ਤੇ ਸਾਨੂੰ ਇਹ ਮਾਇਆ ਦੀ ਅੱਗ 'ਚ ਸੜਨ ਤੋਂ ਬਚਾ ਲਵੋ, ਕਿਉਂਕਿ ਤੁਸੀਂ ਹੀ ਰੱਖਣ ਵਾਲੇ ਜੇ, ਤੁਹਾਡੇ ਤੋਂ ਬਿਨਾਂ ਕੋਈ ਦੂਜਾ ਸਹਾਰਾ ਨਹੀਂ ਹੈ, ਤੁਸੀਂ ਸਾਨੂੰ ਆਪਣਾ ਸਹਾਰਾ ਬਖਸ਼ੋ। ਇੱਦੋਂ ਅਗਲੇ 12 ਨੰਬਰ ਸ਼ਲੋਕ 'ਚ ਗੁਰੂ ਸਾਹਿਬ ਫਰਮਾਨ ਕਰਦੇ ਹਨ, ਜਨਮੰ ਤਾਂ ਮਰਨੰ ਹਰਖੰ ਤਾਂ ਸੋਗੰ ਭੋਗੰ ਤਾਂ ਰੋਗੰ। ਕਿਉਂਕਿ ਸਾਡੀ ਜਿਹੜੀ ਬਿਰਤੀ ਹੈ, ਅਸੀਂ ਕੀ ਮੰਗਦੇ ਹਾਂ? ਜਨਮ ਅਸੀਂ ਚਾਹੁੰਦੇ ਹਾਂ, ਹਰਖ ਅਸੀਂ ਚਾਹੁੰਦੇ ਹਾਂ ਖੁਸ਼ੀ, ਭੋਗ ਅਸੀਂ ਚਾਹੁੰਦੇ ਹਾਂ, ਉੱਚੇ ਅਸੀਂ ਹੋਣਾ ਚਾਹੁੰਦੇ ਹਾਂ, ਪਰ ਜੋ ਇੱਦੋਂ ਦੂਜਾ ਪਾਸਾ ਹੈ ਉਹ ਸਾਨੂੰ ਅਸੀਂ ਕਹਿੰਦੇ ਨਹੀਂ ਚਾਹੀਦਾ। ਜਨਮ ਚਾਹੀਦਾ, ਮੌਤ ਨਹੀਂ ਚਾਹੀਦੀ ਹੈ। ਖੁਸ਼ੀ ਤੇ ਹੋਵੇ, ਗਮੀ ਨਾ ਹੋਵੇ, ਸੁੱਖ ਤੇ ਹੋਵੇ, ਦੁੱਖ ਨਾ ਹੋਵੇ, ਭੋਗ ਤੇ ਅਸੀਂ ਬੜੇ ਭੋਗੀਏ ਪਰ ਰੋਗ ਕੋਈ ਨਾ ਹੋਵੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੁਦਰਤ ਦੇ ਅੰਦਰ ਦੋਵੇਂ ਹੀ ਚੀਜ਼ਾਂ ਨਾਲੋਂ ਨਾਲ ਚੱਲਦੀਆਂ ਨੇ। ਜਿੱਥੇ ਜਨਮ ਹੈ ਉੱਥੇ ਮਰਨ ਵੀ ਅਟਲ ਹੈ। ਜੋ ਜਨਮੈ ਸੋ ਜਾਨੋ ਮੂਆ, ਜਿਹਦਾ ਜਨਮ ਹੋਇਆ ਉਹਦੀ ਮੌਤ ਵੀ ਅਟਲ ਹੈ। ਹੁਣ ਵੇਖੋ ਗੁਰੂ ਸਾਹਿਬਾਨਾਂ ਬਾਰੇ ਆਪਾਂ ਸ਼ਬਦ ਵਰਤਦੇ ਹਾਂ, ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ, ਗੁਰੂ ਮਹਾਰਾਜ ਦਾ ਪ੍ਰਗਟ ਦਿਹਾੜਾ, ਜਾਂ ਕਈ ਲੋਕ ਕਹਿ ਦਿੰਦੇ ਹਨ ਜੀ 1699 ਈਸਵੀ ਦੀ ਵਿਸਾਖੀ ਖਾਲਸੇ ਦਾ ਜਨਮ ਦਿਹਾੜਾ ਸੀ। ਜੇ ਆਪਾਂ ਉੱਥੇ ਜਨਮ ਕਵਾਂਗੇ, ਜਿਹਦਾ ਜਨਮ ਹੈ ਉਹਦੀ ਮੌਤ ਵੀ ਅਟਲ ਹੈ। ਸੋ ਇਸ ਕਰਕੇ ਜਨਮ ਦਿਨ ਨਹੀਂ ਹੈ, ਉਹ ਖਾਲਸੇ ਦਾ ਪ੍ਰਗਟ ਦਿਹਾੜਾ ਹੈ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸਤਿਗੁਰ ਨਾਨਕ ਪ੍ਰਗਟਿਆ, ਗੁਰੂ ਪ੍ਰਗਟ ਹੋਏ, ਗੁਰੂ ਖਤਮ, ਗੁਰੂ ਦੀ ਮੌਤ ਨਹੀਂ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ, ਗੁਰੂ ਤੇ ਜੁਗੋ ਜੁਗ ਅਟਲ ਹੈ। ਜਿੱਥੇ ਜਨਮ ਹੈ ਉੱਥੇ ਮੌਤ ਹੈ। ਜਿਹਦਾ ਜਨਮ ਹੋਇਆ ਉਹਨੇ ਇੱਕ ਨਾ ਇੱਕ ਦਿਨ ਮਰਨਾ ਵੀ ਹੈ। ਲੋਕ ਬਹੁਤ ਯਤਨ ਕਰਦੇ ਰਹੇ ਨੇ, ਕਰ ਰਹੇ ਨੇ, ਤੇ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਹਿਣਗੇ ਕਿ ਮੌਤ ਨਾ ਆਵੇ, ਅਸੀਂ ਨਾ ਮਰੀਏ। ਪਰ ਇਹ ਕੁਦਰਤ ਦਾ ਨਿਯਮ ਹੈ, ਇਹਨੂੰ ਕੋਈ ਟਾਲ ਨਹੀਂ ਸਕਦਾ, ਇਹ ਕਾਦਰ ਦੀ ਬਣਾਈ ਹੋਈ ਕੁਦਰਤ ਹੈ। ਹਰਨਾਕਸ਼ ਵਰਗਿਆਂ ਨੇ ਬੜਾ ਯਤਨ ਕੀਤਾ, ਬੜੇ ਤਰ੍ਹਾਂ ਦੇ ਵਰ ਵੀ ਪ੍ਰਾਪਤ ਕਰ ਲਏ, ਪਰ ਫਿਰ ਵੀ ਇੱਕ ਦਿਨ ਅੰਤ ਹੋ ਗਿਆ। ਰਾਵਣ ਵਰਗਿਆਂ ਬਾਰੇ ਕਿਹਾ ਜਾਂਦਾ ਜੀ ਉਹਨਾਂ ਨੇ ਕਾਲ ਹੀ ਪਾਵੇ ਦੇ ਨਾਲ ਬੰਨ੍ਹ ਲਿਆ ਸੀ ਕਿ ਸਾਨੂੰ ਕੋਈ ਖਤਮ ਨਾ ਕਰੇ, ਪਰ ਕਿਹੜਾ ਸੰਸਾਰ 'ਚ ਰਿਹਾ, ਉਹਨੂੰ ਵੀ ਸੰਸਾਰ ਤੋਂ ਜਾਣਾ ਪਿਆ। ਰਾਮ ਗਏ, ਰਾਵਣ ਗਏ, ਜਾਂਕੋ ਬਹੁ ਪਰਿਵਾਰ, ਉਹਨੂੰ ਵੀ ਜਾਣਾ ਪਿਆ। ਕਿਉਂ? ਕਿਉਂਕਿ ਕਾਦਰ ਤੇ ਕੁਦਰਤ ਦਾ ਇਹ ਅਟਲ ਨਿਯਮ ਹੈ ਕਿ ਜਿੱਥੇ ਜਨਮ ਹੈ ਉੱਥੇ ਮੌਤ ਹੈ। ਜਨਮੰ ਤਾਂ ਮਰਨੰ ਹਰਖੰ ਤਾਂ ਸੋਗੰ।
ਜਿੱਥੇ ਹਰਖ ਹੈ ਉੱਥੇ ਸੋਗ ਵੀ ਅਟਲ ਹੈ। ਖੁਸ਼ੀ ਤੇ ਗਮੀ ਦੋਵੇਂ ਚੀਜ਼ਾਂ ਜ਼ਿੰਦਗੀ ਦਾ ਇੱਕ ਹਿੱਸਾ ਹੈ। ਸੁੱਖ ਤੇ ਦੁੱਖ ਜੀਵਨ ਦਾ ਇੱਕ ਅੰਗ ਹਨ। ਜਿੱਥੇ ਸੁੱਖ ਹੈ ਉੱਥੇ ਦੁੱਖ ਵੀ ਹੈ, ਜਿੱਥੇ ਦੁੱਖ ਹੈ ਉੱਥੇ ਸੁੱਖ ਵੀ ਹੈ। ਦੁਨੀਆ ਦਾ ਕੋਈ ਬੰਦਾ ਐਸਾ ਨਹੀਂ ਹੈ ਜਿਹੜਾ ਇਹ ਦਾਅਵਾ ਕਰਕੇ ਕਵੇ ਕਿ ਮੇਰੀ ਜ਼ਿੰਦਗੀ 'ਚ ਕਦੇ ਸੁੱਖ ਨਹੀਂ ਆਇਆ, ਜਾਂ ਦਾਅਵਾ ਕਰਕੇ ਕਵੇ ਮੇਰੀ ਜ਼ਿੰਦਗੀ 'ਚ ਦੁੱਖ ਨਹੀਂ ਆਇਆ ਹੈ। ਸਭ ਦੇ ਨਾਲ ਇਹ ਸਾਰਾ ਕੁਝ ਵਰਤਦਾ ਹੈ, ਸਭ ਦੇ ਨਾਲ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ ਉੱਚੇ ਚੜ੍ਹ ਕੇ ਦੇਖਿਆ, ਘਰ ਘਰ ਇਹੀ। ਹਰ ਘਰ ਅੰਦਰ ਇਹ ਹੋਣੀ ਹੈ ਤੇ ਵਰਤਦੀ ਹੀ ਵਰਤਦੀ ਹੈ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਚਿੰਤਾ ਉਸ ਗੱਲ ਦੀ ਕਰੀਏ ਜੋ ਅਨਹੋਣੀ ਹੋਏ, ਬਾਕੀ ਕਿਸੇ ਦੇ ਨਾਲ ਨਾ ਵਰਤੇ, ਇਕੱਲੇ ਸਾਡੇ ਨਾਲ ਵਰਤੇ ਅਸੀਂ ਇਤਰਾਜ਼ ਕਰ ਸਕਦੇ ਹਾਂ, ਪਰ ਜਿਹੜੀ ਚੀਜ਼ ਸਭ ਦੇ ਨਾਲ ਵਰਤਦੀ ਹੈ ਉਹਦਾ ਕਾਹਦਾ ਇਤਰਾਜ਼ ਹੈ। ਸੋ ਹਰ ਇੱਕ ਬੰਦੇ ਦੇ ਜੀਵਨ 'ਚ ਸੁੱਖ ਵੀ ਆਉਂਦਾ ਜੇ ਦੁੱਖ ਵੀ ਆਉਂਦਾ ਹੈ। ਮਹਾਰਾਜ ਕਹਿੰਦੇ ਹਰਖੰ ਤਾਂ ਸੋਗੰ, ਜਿੱਥੇ ਹਰਖ ਹੈ ਉੱਥੇ ਸੋਗ ਵੀ ਅਟਲ ਹੈ, ਉੱਥੇ ਸੋਗ ਵੀ ਹੈ, ਖੁਸ਼ੀ ਦੇ ਨਾਲ ਗਮੀ ਵੀ ਹੈ। ਭੋਗੰ ਤਾਂ ਰੋਗੰ, ਜਿੱਥੇ ਭੋਗ ਹਨ ਉੱਥੇ ਰੋਗ ਵੀ ਹੈ। ਜਿੱਥੇ ਆਪਾਂ ਖਾਂਦੇ ਹਾਂ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਵੀ ਸਾਡੇ ਸਰੀਰ ਨੂੰ ਲੱਗਦੀਆਂ ਨੇ। ਕਈ ਬਿਮਾਰੀਆਂ ਐਸੀਆਂ ਹਨ ਜਿਨ੍ਹਾਂ ਦਾ ਇਲਾਜ ਅੱਜ ਸਾਡੇ ਕੋਲ ਮੌਜੂਦ ਹੈ, ਕਈ ਬਿਮਾਰੀਆਂ ਐਸੀਆਂ ਨੇ ਜਿਨ੍ਹਾਂ ਦਾ ਇਲਾਜ ਨਹੀਂ ਵੀ ਹੈ। ਪੱਕੇ ਰੋਗ ਉਹਨਾਂ ਨੂੰ ਬਾਣੀ 'ਚ ਕਿਹਾ ਮਹਾਰਾਜ ਨੇ, ਲਾ ਇਲਾਜ। ਜਿੱਥੇ ਭੋਗ ਹੈ ਉੱਥੇ ਰੋਗ ਵੀ ਹੈ। ਇੱਕ ਆਪਾਂ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਤੇ ਅਰਦਾਸ 'ਚ ਕਿਉਂਕਿ ਕੜਾਹ ਪ੍ਰਸ਼ਾਦ ਦੀ ਦੇਗ ਸਤਿਗੁਰਾਂ ਦੀ ਹਜ਼ੂਰੀ 'ਚ ਹਾਜ਼ਰ ਹੁੰਦੀ ਹੈ, ਤੇ ਉੱਥੇ ਆਪਾਂ ਇਹ ਵਿਚਾਰਵਾਨ ਸਿਆਣੇ ਸੂਝਵਾਨ ਕਹਿੰਦੇ ਨੇ ਲਫ਼ਜ਼ ਵਰਤਣਾ ਚਾਹੀਦਾ ਹੈ ਜੀ, ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਨੂੰ ਪ੍ਰਵਾਨ ਹੋਏ। ਕਿਉਂਕਿ ਕਈ ਭੋਗ ਲਗਾਓ ਸ਼ਬਦ ਵੀ ਵਰਤਦੇ ਹਨ। ਤੇ ਹੁਣ ਕਿਉਂਕਿ ਜਿਹੜੇ ਭੋਗ ਲਗਾਓ ਸ਼ਬਦ ਵਰਤਦੇ ਨੇ ਉਹਨਾਂ ਦਾ ਆਪਣਾ ਤਰਕ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਤੇ ਜਾਗਤ ਜਿਉਂਦੇ ਜਾਗਦੇ ਹਨ, ਪ੍ਰਗਟ ਗੁਰਾਂ ਦੀ ਦੇਹ ਹਨ, ਇਸ ਕਰਕੇ ਅਸੀਂ ਕਹਿੰਦੇ ਹਾਂ ਜੀ ਭੋਗ ਲਾਓ। ਪਰ ਜਿਹੜੇ ਕਹਿੰਦੇ ਨੇ ਪ੍ਰਵਾਨ ਕਰੋ ਸ਼ਬਦ ਵਰਤਣਾ ਚਾਹੀਦਾ, ਉਹਨਾਂ ਦਾ ਆਪਣਾ ਤਰਕ ਹੈ। ਉਹ ਇਸ ਬਾਣੀ ਦੀ ਪੰਕਤੀ ਨੂੰ ਆਧਾਰ ਬਣਾ ਕੇ ਕਹਿੰਦੇ ਹਨ ਕਿ ਜੇ ਆਪਾਂ ਕਵਾਂਗੇ ਭੋਗ, ਤੇ ਫਿਰ ਭੋਗ ਦੇ ਨਾਲ ਤੇ ਰੋਗ ਵੀ ਹੈ, ਤੇ ਗੁਰੂ ਤੇ ਕਦੇ ਰੋਗੀ ਨਹੀਂ ਹੁੰਦਾ ਹੈ। ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਸ ਕਰਕੇ ਪ੍ਰਮਾਣਿਤ ਸ਼ਬਦ ਜ਼ਿਆਦਾ ਵਰਤਿਆ ਜਾਂਦਾ ਹੈ। ਆਪ ਜੀ ਨੂੰ ਪ੍ਰਵਾਨ ਹੋਵੇ, ਆਪ ਕਬੂਲ ਕਰੋ, ਪ੍ਰਵਾਨ ਕਰੋ। ਸੋ ਮਹਾਰਾਜ ਕਹਿੰਦੇ ਜਿੱਥੇ ਭੋਗ ਹੈ ਭੋਗੰ ਤਾਂ ਰੋਗੰ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਤੇ ਰੋਗ। ਪਹਿਲਾਂ ਵੀ ਆਪਾਂ ਇੱਕ ਗੱਲ ਕੀਤੀ ਸੀ, ਬੱਚਾ ਜਦੋਂ ਪੈਦਾ ਹੁੰਦਾ ਹੈ ਉਦੋਂ ਹੈ ਜੋਗੀ, ਫਿਰ ਬਣ ਗਿਆ ਭੋਗੀ, ਭੋਗਾਂ ਤੋਂ ਬਾਅਦ ਬਣ ਗਿਆ ਰੋਗੀ, ਤੇ ਹੁਣ ਜਦੋਂ ਰੋਗੀ ਹੋ ਗਿਆ ਬਾਕੀ ਤੰਦਰੁਸਤ ਖਾਂਦੇ ਪੀਂਦੇ ਨੱਚਦੇ ਟੱਪਦੇ ਨੇ, ਇਹਦੇ ਕੋਲੋਂ ਹੁੰਦਾ ਕੁਝ ਨਹੀਂ ਹੈ, ਵਹਿੰਦਾ ਝੂਰਦਾ ਰਹਿੰਦਾ ਹੈ, ਫਿਰ ਬਣ ਗਿਆ ਸੋਗੀ। ਜੋਗੀ ਤੋਂ ਭੋਗੀ, ਭੋਗੀ ਤੋਂ ਰੋਗੀ, ਰੋਗੀ ਤੋਂ ਸੋਗੀ ਬਣ ਗਿਆ। ਤੇ ਜੇ ਪਹਿਲਾਂ ਹੀ ਪਦਾਰਥਾਂ ਦੇ ਭੋਗਦਿਆਂ ਹੀ ਕੋਈ ਲਿਮਟ ਕੋਈ ਮਰਿਆਦਾ ਰੱਖ ਕੇ ਖਾਧਾ ਹੁੰਦਾ ਤੇ ਫਿਰ ਬਿਮਾਰੀ ਵੀ ਕੋਈ ਨਾ ਲੱਗਦੀ। ਅਸਲ 'ਚ ਗੁਰੂ ਕਹਿੰਦੇ ਬਿਮਾਰੀ ਦਾ ਕਾਰਨ ਕੀ ਹੈ? ਜਦੋਂ ਆਪਾਂ ਮਰਿਆਦਾ ਤੋਂ ਅੱਗੇ ਹੋ ਕੇ ਖਾਂਦੇ ਹਾਂ। ਖਾਣਾ ਤੇ ਜ਼ਰੂਰੀ ਹੈ, ਖਾਣੇ ਬਿਨਾਂ ਤੇ ਆਪਾਂ ਰਹਿ ਨਹੀਂ ਸਕਦੇ। 3.5 ਮਣ ਦੇਹਰੀ ਚੱਲੇ ਪਾਣੀ ਅੰਨ, ਪਰ ਖਾਣ ਪੀਣ ਦੀ ਵੀ ਇੱਕ ਮਰਿਆਦਾ ਹੈ। ਜਦੋਂ ਆਪਾਂ ਖਾਣ ਦੀ ਮਰਿਆਦਾ ਲੰਘ ਕੇ ਜ਼ੁਬਾਨ ਦੇ ਚਸਕਿਆਂ ਤੇ ਸਵਾਦਾਂ ਕਰਕੇ ਖਾਂਦੇ ਹਾਂ ਤੇ ਲੋੜ ਤੋਂ ਬਹੁਤਾ ਖਾ ਲੈਂਦੇ ਹਾਂ, ਤੇ ਫਿਰ ਗੈਸ ਤੇ ਬਾਅਦ ਹਜ਼ਮੀ ਦੀਆਂ ਗੋਲੀਆਂ ਵੀ ਲੱਭਦੇ ਫਿਰਦੇ ਹਾਂ। ਕਾਰਨ ਕੀ ਹੈ? ਪਹਿਲਾਂ ਨਹੀਂ ਤੇ ਰੋਜ਼ਾਨਾ ਆਪਾਂ ਸਧਾਰਨ ਭੋਜਨ ਖਾਂਦੇ ਹਾਂ, ਫਿਰ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ। ਪਰ ਜਿੱਦਣ ਆਪਾਂ ਕੋਈ ਉਚੇਚੇ ਵਿਆਹ ਸ਼ਾਦੀ ਕੋਈ ਇੱਦਾਂ ਦਾ ਪ੍ਰੋਗਰਾਮ ਵੇਖਿਆ ਹੋਵੇ, ਫਿਰ ਕਹਿੰਦੇ ਆ ਜੀ ਹੁਣ ਕੁਝ ਖਰਾਬੀ ਲੱਗਦੀ ਹੈ। ਕਾਰਨ ਕੀ ਹੈ? ਜ਼ੁਬਾਨ ਦੇ ਚਸਕੇ ਕਰਕੇ, ਸਵਾਦਾਂ ਦੇ ਲਾਲਚ ਕਰਕੇ ਭੋਗੀ ਬਣ ਗਏ, ਤੇ ਭੋਗੀ ਹੋਣ ਕਰਕੇ ਰੋਗੀ ਹੋ ਗਏ। ਮਹਾਰਾਜ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਉਹ ਖਾਧਾ ਫਿਟਕਾਰ ਜੋਗ ਹੈ। ਜਿਤ ਖਾਧਾ ਤਨ ਪੀੜੀਆ ਮਨ ਮੈਂ ਚੱਲੈ, ਬਹੁਤਾ ਖਾਧਾ ਕੇਵਲ ਸਾਡੇ ਸਰੀਰ ਤੇ ਹੀ ਅਸਰ ਨਹੀਂ ਜੇ ਕਰਦਾ, ਸਾਡੇ ਮਨ ਤੇ ਵੀ ਅਸਰ ਕਰਦਾ ਹੈ। ਸਾਖੀ ਵੈਸੇ ਲੰਬੇਰੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ
ਇੱਕ ਵਾਰ ਇਹ ਵੀ ਸਮਝਾਇਆ ਸੀ ਕਿ ਖਾਣਾ ਕਿੱਦਾਂ ਦਾ ਚਾਹੀਦਾ ਹੈ, ਕੀ ਖਾਣਾ ਚਾਹੀਦਾ ਹੈ, ਕਿਉਂਕਿ ਸਾਡੇ ਖਾਣ ਦਾ ਅਸਰ, ਆਪਾਂ ਵੈਸੇ ਵੀ ਪੰਜਾਬੀ ਦੀ ਕਹਾਵਤ ਹੈ, ਜਿੱਦਾਂ ਦਾ ਅੰਨ ਉੱਦਾਂ ਦਾ ਮਨ। ਜਿੱਦਾਂ ਦਾ ਬੰਦਾ ਖਾਂਦਾ ਹੈ ਉਸੇ ਤਰ੍ਹਾਂ ਦੇ ਵਿਚਾਰ ਉਹਦੇ ਫੁਰਨੇ ਮਨ ਅੰਦਰ ਬਣਦੇ ਹਨ। ਜਿਹੜਾ ਸਧਾਰਨ ਖਾਣਾ ਖਾਵੇਗਾ ਉਹਦੀ ਮੱਤ ਵੀ ਉਸੇ ਤਰ੍ਹਾਂ ਨਿਰਮਲ ਹੋਏਗੀ, ਤੇ ਜਿਹੜੇ ਬਹੁਤਾ ਚਸਕੀਆਂ ਵਾਲਾ ਮਸਾਲਿਆਂ ਵਾਲੇ ਪਦਾਰਥ ਖਾਂਦੇ ਨੇ ਉਹਦੀ ਮੱਤ ਵੀ ਉਸੇ ਤਰ੍ਹਾਂ ਦੀ ਚੰਚਲ ਹੁੰਦੀ ਹੈ। ਤੇ ਵੈਸੇ ਹੁਣ ਸਾਡੀ ਬਿਰਤੀ ਬਦਲ ਚੁੱਕੀ ਹੈ, ਆਪਾਂ ਹਰ ਚੀਜ਼ 'ਚ ਮਸਾਲਾ ਚਾਹੁੰਦੇ ਹਾਂ। ਆਪਾਂ ਖਾਣੇ 'ਚ ਵੀ ਕਹਿੰਦੇ ਐਨ ਬਹੁਤਾ ਮਸਾਲਾ ਪਿਆ ਹੋਵੇ ਤੇ ਉਹ ਚੀਜ਼ ਸਵਾਦ, ਤੇ ਗੱਲਾਂ ਬਾਤਾਂ 'ਚ ਵੀ, ਆਪਾਂ ਕਥਾ 'ਚ ਵੀ ਕਹਿੰਦੇ ਐਨ ਚੰਗਾ ਮਸਾਲਾ ਹੋਵੇ ਗੱਲ ਫਿਰ ਬਣੀ। ਵੈਸੇ ਭਾਵੇਂ ਬੰਦਾ ਕੋਈ ਸਧਾਰਨ ਜਿੰਨੀਆਂ ਮਰਜ਼ੀ ਚੰਗੀਆਂ ਗੱਲਾਂ ਕਰੇ, ਅਸੀਂ ਕਹਿੰਦੇ ਐਨ ਮਸਾਲੇ ਵਾਲੀਆਂ ਗੱਲਾਂ ਹੋਣੀਆਂ ਚਾਹੀਦੀਆਂ ਹਨ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਗੱਲ ਸਮਝਾ ਰਹੇ ਨੇ, ਸ਼ਬਦ ਦੀ ਵਿਚਾਰ ਤੇ ਆਈਏ। ਭੋਗੰ ਤਾਂ ਰੋਗੰ, ਜਿੱਥੇ ਭੋਗ ਹੈ ਉੱਥੇ ਰੋਗ ਹੈ। ਅੱਗੇ ਗੁਰੂ ਕਹਿੰਦੇ ਊਚੰ ਤਾਂ ਨੀਚੰ ਨਾਨਾ ਸੋ ਮੂਚੰ। ਜਿਹੜਾ ਉੱਚਾ ਹੈ ਉਹਨੇ ਇੱਕ ਨਾ ਇੱਕ ਦਿਨ ਥੱਲੇ ਵੀ ਆਉਣਾ ਹੈ। ਜਿਹੜਾ ਉਚਾਈ ਤੇ ਹੈ, ਕਿਉਂਕਿ ਰੱਬ ਦੀ ਕੁਦਰਤ ਹੈ, ਉਹ ਮਾਲਕ ਨੀਵਿਆਂ ਨੂੰ ਉੱਚਾ ਤੇ ਉੱਚਿਆਂ ਨੂੰ ਨੀਵਾਂ ਕਰਨ ਵਾਲਾ ਹੈ। ਉੱਚਿਆਂ ਨੂੰ ਨੀਵਾਂ ਵੀ ਇੱਕ ਦਿਨ ਹੋਣਾ ਪੈਂਦਾ ਹੈ। ਨਾਨਾ ਸੋ ਮੂਚੰ, ਨਾਨਾ ਇੱਥੇ ਦੂਜੇ ਨੰਨੇ ਦੇ ਪੈਰ 'ਚ ਇੱਕ ਮਾਤਰਾ ਲੱਗੀ ਹੈ। ਇਹਦਾ ਭਾਵ ਹੈ ਕਿ ਜਿਹੜਾ ਦੂਜਾ ਨੰਨਾ ਹੈ ਉਹਨੂੰ ਥੋੜ੍ਹਾ ਜ਼ਿਆਦਾ ਜ਼ੋਰ ਦੇ ਕੇ ਪੜ੍ਹਨਾ ਹੈ। ਨਾਨਾ ਇਹ ਗੁਰਬਾਣੀ 'ਚ 2-3 ਅਰਥਾਂ 'ਚ ਸ਼ਬਦ ਆਉਂਦਾ ਹੈ। ਇੱਕ ਤੇ ਆਪਾਂ ਜਿਹੜਾ ਸਾਡੀ ਰਿਸ਼ਤੇਦਾਰੀ 'ਚ ਹੁੰਦਾ ਹੈ ਸ਼ਬਦ ਨਾਨਾ, ਉਹ ਵੀ ਆਪਾਂ ਪੜ੍ਹਦੇ, ਉਹ ਨਾਨਾ ਸ਼ਬਦ ਹੁੰਦਾ ਹੈ, ਉਹਦੇ ਤੇ ਆਪਾਂ ਦੂਜੇ ਨੰਨੇ ਤੇ ਜ਼ੋਰ ਨਹੀਂ ਦਿੰਦੇ ਹਾਂ। ਇੱਕ ਨਾਨਾ ਸ਼ਬਦ ਆਪਾਂ ਸੁਖਮਨੀ ਸਾਹਿਬ 'ਚ ਵੀ ਪੜ੍ਹਦੇ ਹਾਂ, ਉਹਦਾ ਭਾਵ ਹੈ ਕਈ ਪ੍ਰਕਾਰ ਦਾ। ਇੱਥੇ ਜਿਹੜਾ ਨਾਨਾ ਸ਼ਬਦ ਆਇਆ ਹੈ, ਇਹ ਜਿਵੇਂ ਆਪਾਂ ਕਹਿੰਦੇ ਛੋਟਾ ਜਿਹਾ ਬੱਚਾ ਜੀ, ਨੰਨਾ ਮੁੰਨਾ ਜਿਹਾ, ਉਹ ਨੰਨੇ ਮੁੰਨੇ ਬੱਚੇ ਦੇ ਲਈ ਛੋਟਾ ਨੰਨਾ ਭਾਵ ਛੋਟਾ। ਸਾਹਿਬ ਪਹਿਲੀ ਗੱਲ ਕਹੀ, ਜਿਹੜਾ ਉੱਚਾ ਹੈ ਉਹਨੇ ਇੱਕ ਦਿਨ ਨੀਵਾਂ ਹੋਣਾ ਹੈ। ਨਾਨਾ ਸੋ ਮੂਚੰ, ਨਾਨਾ ਭਾਵ ਜਿਹੜਾ ਛੋਟਾ ਹੈ ਉਹਨੇ ਇੱਕ ਦਿਨ ਵੱਡਾ ਵੀ ਹੋਣਾ ਹੈ। ਵੱਡੇ ਨੇ ਛੋਟਾ, ਛੋਟੇ ਨੇ ਵੱਡਾ ਹੋਣਾ, ਇਹ ਕੁਦਰਤ ਦਾ ਇੱਕ ਵਿਧਾਨ ਹੈ। ਰਾਜੰ ਤਾਂ ਮਾਨੰ ਅਭਿਮਾਨੰ ਤਾਂ ਹੀਨੰ, ਜਿੱਥੇ ਰਾਜ ਹੈ ਉੱਥੇ ਅਭਿਮਾਨ ਵੀ ਹੈ, ਜਿੱਥੇ ਤਾਕਤ ਹੈ। ਇੱਕ ਵਿਦਵਾਨ ਦੇ ਬਚਨ ਹਨ, ਐਸਾ ਕੋ ਜਨਮਿਓ ਜਗ ਮਾਹੀ, ਐਸਾ ਕਿਹੜਾ ਸੰਸਾਰ 'ਚ ਪੈਦਾ ਹੋਇਆ, ਪ੍ਰਭਤਾ ਪਾਏ ਮੱਧ ਹੋਏ ਨਾਹੀਂ। ਜਿਹਨੂੰ ਪ੍ਰਭਤਾ ਮਿਲੇ ਤੇ ਹੰਕਾਰ ਨਾ ਆਵੇ। ਵੇਖੋ ਹੰਕਾਰ ਕਿਸੇ ਨੂੰ ਥੋੜ੍ਹਾ ਜਲਦੀ ਆ ਜਾਂਦਾ ਹੈ, ਕਿਸੇ ਨੂੰ ਕੁਝ ਵਰਿਆਂ ਬਾਅਦ ਆ ਜਾਂਦਾ ਹੈ। ਤਾਕਤ ਹੱਥ ਦੇ ਵਿੱਚ ਆਈ, ਰਾਜ ਹੱਥ ਦੇ ਵਿੱਚ ਆਇਆ, ਤੇ ਹੰਕਾਰ ਕਰੀਬਨ ਕਰੀਬਨ ਮਨ ਤੇ ਪ੍ਰਭਾਵ ਪਾ ਹੀ ਜਾਂਦਾ ਹੈ ਜੇ ਬੰਦਾ ਸੁਚੇਤ ਨਾ ਰਵੇ। ਇਸ ਕਰਕੇ ਗੁਰੂ ਕਹਿੰਦੇ ਮਾਣ ਹੁੰਦਿਆਂ ਨਿਮਾਣਾ ਬਣ ਕੇ ਰਹਿਣਾ ਹੈ, ਕਿਉਂਕਿ ਆਪਸ ਕੋ ਜੋ ਜਾਣੈ ਨੀਚਾ ਸੋਊ ਗਣੀਐ ਸਭ ਤੇ ਉੱਚਾ। ਇੱਕ ਹੈ ਅਸੀਂ ਆਪਣੇ ਆਪ ਬਾਰੇ ਕੀ ਸੋਚਦੇ ਹਾਂ, ਇੱਕ ਹੈ ਦੂਜਿਆਂ ਦਾ ਸਾਡੇ ਬਾਰੇ ਕੀ ਨਜ਼ਰੀਆ ਹੈ। ਸਾਡੇ ਕੋਲ ਦੂਜਿਆਂ ਨੂੰ ਵੇਖਣ ਦੇ ਲਈ 2 ਅੱਖਾਂ ਹਨ, ਪਰ ਦੂਜਿਆਂ ਦੀਆਂ ਹਜ਼ਾਰਾਂ ਅੱਖਾਂ ਸਾਨੂੰ ਵੇਖਦੀਆਂ ਹਨ। ਅਸੀਂ ਆਪਣੇ ਆਪ ਨੂੰ ਕੀ ਸਮਝਦੇ? ਜੇ ਬੰਦਾ ਆਪਣੇ ਆਪ ਦੇ ਵਿੱਚ ਹੰਕਾਰ ਦੇ ਵਿੱਚ ਫੁੱਲ ਜਾਵੇ ਕਿ ਮੇਰੇ ਵਰਗਾ ਹੈ ਹੀ ਕੋਈ ਨਹੀਂ ਹੈ, ਮੈਂ ਬੜਾ ਸਿਆਣਾ, ਮੈਂ ਬੜਾ ਵਿਦਵਾਨ, ਮੈਂ ਬੜਾ ਧਨੀ, ਮੈਂ ਬੜਾ ਸੋਹਣਾ, ਆਪਣੇ ਆਪ 'ਚ ਹੰਕਾਰ ਬੜਾ ਮਨ 'ਚ ਭਰ ਲਿਆ, ਆਪਣੇ ਆਪ ਤੇ ਮਾਣ, ਤੇ ਦੂਜਿਆਂ ਦੀ ਨਜ਼ਰ ਦੇ ਵਿੱਚ ਉਹ ਫਿਰ ਅਭਿਮਾਨੀ ਹੁੰਦਾ, ਹੰਕਾਰੀ ਹੁੰਦਾ ਹੈ। ਪਰ ਜੇ ਬੰਦਾ ਨਿਮਰਤਾ ਦੇ ਵਿੱਚ ਰਵੇ ਤੇ ਫਿਰ ਸੰਸਾਰ ਉਹਨੂੰ ਸਲਾਉਂਦਾ ਹੈ। ਵਡਿਆਈ ਨਿਮਰਤਾਵਾਨ ਦੀ ਹੁੰਦੀ ਹੈ, ਹੰਕਾਰੀ ਦੀ ਕੋਈ ਤਾਰੀਫ ਨਹੀਂ ਕਰਦਾ। ਮੂੰਹ ਤੇ ਠੀਕ ਹੈ ਭਾਵੇਂ ਲੋਕ 4 ਸ਼ਬਦ ਬੋਲ ਦੇਣ, ਪਰ ਬਾਅਦ 'ਚ ਉਹਨੂੰ ਫਿਟਕਾਰਿਆ ਹੀ ਜਾਂਦਾ, ਹੰਕਾਰੀ ਕਹਿ ਕਹਿ ਕੇ ਲਾਹਣਤਾਂ ਪਾਈਆਂ ਜਾਂਦੀਆਂ ਨੇ। ਸੋ ਮਹਾਰਾਜ ਕਹਿੰਦੇ ਮਾਣ ਹੁੰਦਿਆਂ ਵੀ ਨਿਮਾਣਾਪਨ ਕਾਇਮ ਰੱਖਣਾ ਹੈ, ਕਿਉਂਕਿ ਆਪਸ ਕੋ ਜੋ ਜਾਣੈ ਨੀਚਾ ਸੋਊ ਗਨੀਏ ਸਭ ਤੇ ਉੱਚਾ। ਪਾਤਸ਼ਾਹ ਕਹਿੰਦੇ ਰਾਜੰਗ ਤਾਂ ਮਾਨੰ, ਜਿੱਥੇ ਰਾਜ ਹੈ ਉੱਥੇ ਹੰਕਾਰ ਹੈ, ਔਰ ਅਭਿਮਾਨੰ ਤਾਂ ਹੀਨੰ, ਤੇ ਜਿੱਥੇ ਹੰਕਾਰ ਹੈ ਉੱਥੇ ਫਿਰ ਬਰਬਾਦੀ ਹੈ। ਜਿੱਥੇ ਹੰਕਾਰ ਆ ਗਿਆ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਸੰਸਾਰ ਦਾ ਇਤਿਹਾਸ ਪੜ੍ਹ ਕੇ ਵੇਖ ਲਵੋ,
ਬੜਿਆਂ ਲੋਕਾਂ ਨੇ ਹੰਕਾਰ ਕਰਕੇ ਤਬਾਹੀ ਵੇਖੀ ਹੈ। ਬੜੇ ਲੋਕ ਤਬਾਹ ਹੋ ਗਏ। ਕਾਰਨ ਕੀ ਸੀ? ਕੇਵਲ ਉਹਨਾਂ ਦਾ ਹੰਕਾਰ। ਹੰਕਾਰ ਹੀ ਉਹਨਾਂ ਨੂੰ ਲੈ ਡੁੱਬਿਆ, ਕਿਉਂਕਿ ਹੰਕਾਰ ਤੋੜਨ ਦਾ ਕੰਮ ਕਰਦਾ ਹੈ। ਮਨੁੱਖ ਨੂੰ ਮਨੁੱਖ ਤੋਂ ਤੋੜਦਾ ਹੈ, ਮਨੁੱਖਤਾ ਤੋਂ ਤੋੜਦਾ ਹੈ, ਗੁਰੂ ਤੋਂ ਤੋੜਦਾ ਹੈ, ਪਰਮੇਸ਼ਰ ਤੋਂ ਤੋੜਦਾ ਹੈ ਹੰਕਾਰ। ਇਸ ਕਰਕੇ ਪਾਤਸ਼ਾਹ ਕਹਿੰਦੇ ਜਿੱਥੇ ਰਾਜ ਹੈ ਉੱਥੇ ਮਾਣ ਪੈਦਾ ਹੋ ਗਿਆ, ਤੇ ਜਿੱਥੇ ਅਭਿਮਾਨ ਹੈ ਉੱਥੇ ਫਿਰ ਤਬਾਹੀ, ਉੱਥੇ ਫਿਰ ਵਿਨਾਸ਼ਤਾ ਖਤਮ ਹੋ ਗਈ। ਸਾਰੀ ਖੇਡ ਹੰਕਾਰ ਨੇ ਸਾਰਾ ਕੁਝ ਮਿਟਾ ਕੇ ਰੱਖ ਦਿੱਤਾ। ਆਪਾਂ ਇੱਕ ਕਹਾਵਤ ਪੜ੍ਹਦੇ ਹਾਂ ਜਿੱਥੇ ਕਹਿੰਦੇ ਹਨ, ਤਪੋਂ ਰਾਜ ਰਾਜੋ ਨਰਕ। ਰਾਜ ਤਾਂ ਮਿਲ ਗਿਆ ਪਰ ਫਿਰ ਕਿੱਥੇ ਗਿਆ? ਐਨ ਨਰਕਾਂ 'ਚ, ਭਾਵ ਤਬਾਹੀ ਹੋ ਗਿਆ। ਤੇ ਅੱਜ ਦੇ ਵੀ ਆਪਾਂ ਲੀਡਰਾਂ ਨੂੰ ਵੇਖਦੇ ਹਾਂ, ਰਾਜ ਤਾਂ ਪ੍ਰਾਪਤ ਕਰ ਲਏ ਪਰ ਹੁਣ ਲੋਕਾਂ ਦੀਆਂ ਫਿਟਕਾਰਾਂ ਹੀ ਸਹਿੰਦੇ ਹਨ। ਅੱਗੇ ਮਹਾਰਾਜ ਕਹਿੰਦੇ, ਪ੍ਰਵਿਰਤ ਮਾਰਗੰ ਵਰਤੰਤ ਵਿਨਾਸਨ। ਆ ਪ੍ਰਵਿਰਤੀ ਮਾਰਗ 'ਚ ਜੀਵਨ ਜਿਉਂਦਿਆਂ ਹੋਇਆਂ ਜਿਹੜੀਆਂ ਚੀਜ਼ਾਂ ਵੀ ਆਪਾਂ ਵਰਤਦੇ ਹਾਂ, ਸਾਡੇ ਵਰਤੋਂ ਵਿਹਾਰ 'ਚ ਜਿਹੜੇ ਵੀ ਪਦਾਰਥ ਆਉਂਦੇ ਹਨ, ਵਿਨਾਸਨੰ, ਇਹ ਸਭ ਚੀਜ਼ਾਂ ਵਿਨਾਸ਼ ਹੋਣ ਵਾਲੀਆਂ ਜੇ, ਮੁੱਕ ਜਾਣ ਵਾਲੀਆਂ ਜੇ, ਕੁਝ ਹਮੇਸ਼ਾ ਨਹੀਂ ਰਹਿੰਦਾ ਹੈ। ਔਰ ਇਹ ਗੱਲਾਂ ਸਤਿਗੁਰੂ ਨੇ ਪਿਛਲੀਆਂ ਸਲੋਕਾਂ ਦੇ ਵਿੱਚ ਵੀ ਸਾਨੂੰ ਵਾਰ-ਵਾਰ ਸਮਝਾਈਆਂ ਨੇ ਕਿ ਆਪਾਂ ਜੋ ਕੁਝ ਵੇਂਦੇ ਪਏ ਹਾਂ ਸਭ ਘਟਣ ਵਾਲਾ, ਸਭ ਮੁੱਕਣ ਵਾਲਾ ਹੈ। ਹੁਣ ਸਾਰਾ ਕੁਝ ਸਤਿਗੁਰੂ ਕਹਿੰਦੇ ਮੁੱਕਦਾ ਹੈ, ਪਰ ਥਿਰ ਕੀ ਰਹਿੰਦਾ ਹੈ? ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ, ਨਾਨਕ ਭਗਵੰਤ ਭਜਨਾਸਨੰ। ਥਿਰ ਰਹਿਣ ਵਾਲਾ ਕੀ ਹੈ? ਅਸਥਿਰੰ ਦਾ ਭਾਵ ਹੈ ਜਿਹਨੇ ਥਿਰ ਰਹਿਣਾ ਹੈ। ਕੀ ਥਿਰ ਰਹਿੰਦਾ ਹੈ? ਗੋਬਿੰਦ ਭਜਨ, ਪਰਮਾਤਮਾ ਦਾ ਭਜਨ, ਪਰਮਾਤਮਾ ਦੀ ਭਗਤੀ, ਵਾਹਿਗੁਰੂ ਦੇ ਨਾਮ ਦੀ ਵਡਿਆਈ ਹਮੇਸ਼ਾ ਰਹਿਣ ਵਾਲੀ ਹੈ। ਔਰ ਸਾਧ ਸੰਗ, ਗੁਰਮੁਖਾਂ ਦੀ ਸੰਗਤ ਅਟਲ ਹੈ। ਭਗਵੰਤ ਭਜਨਾਸਨੰ, ਭੋਜਨ ਇੱਕ ਤੇ ਆਪਾਂ ਰੋਜ਼ ਕਰਦੇ ਹਾਂ ਸਰੀਰ ਦੀ ਭੁੱਖ ਦੇ ਲਈ, ਇੱਕ ਦੂਜੇ ਭੋਜਨ ਦੀ ਗੱਲ ਸਤਿਗੁਰੂ ਕਰ ਰਹੇ ਹਨ ਕਿ ਆਤਮਾ ਦੀ ਖੁਰਾਕ ਹੈ ਪਰਮਾਤਮਾ ਦਾ ਨਾਮ। ਇਸ ਕਰਕੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਜੀਵਨ ਦੀ ਖੁਰਾਕ ਬਣਾਵੋ। ਭਜਨਾਸਨੰ, ਇਹ ਸ਼ਬਦ ਪੜ੍ਹਨਾ, ਭਜਨਾਸਨੰ ਇਹਦਾ ਭਾਵ ਹੈ ਭੋਜਨ, ਪਰਮਾਤਮਾ ਦੇ ਭਜਨ ਦਾ ਭੋਜਨ। ਅਗਲੇ 13 ਨੰਬਰ ਸ਼ਲੋਕ 'ਚ ਮਹਾਰਾਜ ਫਰਮਾਨ ਕਰਦੇ ਹਨ, ਕਿਰਪੰਤ ਹਰਿਯੰ ਮਤ ਤਤ ਗਿਆਨੰ। ਜਿਹਦੇ ਤੇ ਪਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਵਰਤੀ, ਸ਼ਬਦ ਪੜ੍ਹਨਾ ਹੈ ਕਿਰਪੰਤ ਹਰਿਯੰ, ਹਰੀ ਅਕਾਲ ਪੁਰਖ ਦੀ ਜਿਹਦੇ ਤੇ ਕਿਰਪਾ ਰਹਿਮਤ ਵਰਤਦੀ ਹੈ। ਮਤ ਤਤ ਗਿਆਨੰ, ਉਹਦੀ ਮਤ ਅੰਦਰ ਤਤ ਦਾ ਗਿਆਨ ਆਉਂਦਾ ਹੈ, ਭਾਵ ਉਹ ਬੰਦਾ ਅਕਲ ਵਾਲਾ, ਸਮਝ ਵਾਲਾ, ਗੁਰਮੁਖੀ ਮਤ ਉਹਦੀ ਬਣਦੀ। ਹੁਣ ਅਕਲ ਸਮਝ ਤੇ ਦੁਨੀਆ ਦੇ ਕੋਲ ਅੱਗੇ ਤੋਂ ਅੱਗੇ ਦੀ ਮੌਜੂਦ ਹੈ, ਪਰ ਇੱਕ ਉਹ ਲੋਕ ਵੀ ਹਨ ਜਿਹੜੇ ਆਪਣੀ ਅਕਲ ਦੇ ਸਹਾਰੇ ਦੁਨੀਆ ਨੂੰ ਤਬਾਹ ਕਰਨ ਵਾਲੇ ਹਥਿਆਰ ਬਣਾਉਂਦੇ ਪਏ ਨੇ। ਅਕਲ ਤਾਂ ਚੋਰ ਠੱਗ ਵੀ ਬੜੀ ਵਰਤਦੇ ਹਨ, ਪਰ ਉਹਨਾਂ ਦੀ ਅਕਲ ਵਰਤੀ ਕਿੱਥੇ ਜਾ ਰਹੀ ਹੈ? ਬੁਰੇ ਕੰਮਾਂ ਦੇ ਲਈ, ਮਾੜੇ ਕੰਮਾਂ ਦੇ ਲਈ। ਅਕਲ ਤੇ ਉਹਨਾਂ ਦੇ ਕੋਲ ਵੀ ਹੈ, ਪਰ ਉਹ ਮਾੜੀ ਅਕਲ ਹੈ, ਮਾੜੀ ਮੱਤ ਹੈ, ਤਬਾਹੀ ਵਾਲੀ ਮੱਤ ਹੈ। ਪਰ ਇੱਕ ਅਕਲ ਗੁਰਮੁਖ ਦੇ ਕੋਲ ਵੀ, ਇੱਕ ਅਕਲ ਭਾਈ ਸਾਹਿਬ ਕਨ੍ਹਈਆ ਜੀ ਦੇ ਕੋਲ ਹੈ, ਜਿਹੜੀ ਦੂਜਿਆਂ ਨੂੰ ਵੀ ਪਾਣੀ ਪਿਲਾਉਣ ਵਾਲੀ ਅਕਲ ਹੈ। ਇੱਕ ਅਕਲ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਹੈ, ਅਣਹੋਂਦਾ ਆਪ ਵੰਡਾਏ ਵਾਲੀ, ਵੰਡ ਕੇ ਛਕੋ। ਭਾਵੇਂ ਲੋਕ ਜਿੰਨਾ ਮਰਜ਼ੀ ਕਹਿੰਦੇ ਹਨ, ਪਰ ਜਿਹੜੀ ਗੁਰੂ ਨੇ ਅਕਲ ਮੱਤ ਦਿੱਤੀ, ਆਪਾਂ ਉਹ ਅਕਲ ਮੱਤ ਵਰਤਦੇ ਹਾਂ, ਸਰਬੱਤ ਦਾ ਭਲਾ ਮੰਗਦੇ ਵੀ ਹਾਂ ਤੇ ਭਲਾ ਕਰਦੇ ਵੀ ਹਾਂ। ਇਹ ਹੈ ਗੁਰਮੁਖੀ ਅਕਲ। ਇਹ ਅਕਲ ਕਿੱਦਾਂ ਮਿਲਦੀ ਹੈ? ਜਦੋਂ ਵਾਹਿਗੁਰੂ ਕਿਰਪਾ ਰਹਿਮਤ ਕਰਦੇ ਹਨ, ਫਿਰ ਮਤ ਤਤ ਗਿਆਨੰ, ਮਤ ਅੰਦਰ ਤਤ ਦਾ ਗਿਆਨ, ਸਹੀ ਅਕਲ, ਸਹੀ ਜੀਵਨ ਸੂਝ ਤੇ ਸਮਝ ਮਿਲਦੀ ਹੈ। ਅੱਗੇ ਪਾਤਸ਼ਾਹ ਫਰਮਾਨ ਕਰਦੇ ਹਨ, ਬਿਗਸਿਧਿਆ ਬੁੱਧਾ ਕੁਸ਼ਲ ਥਾਨੰ। ਇਹਨੂੰ ਪੜ੍ਹਨਾ ਹੈ ਬਿਗਸਿਧਿਆ ਬੁੱਧਾ ਅਕਲ ਕੁਸ਼ਲ ਥਾਨੰ। ਮਹਾਰਾਜ ਕਹਿੰਦੇ ਜਦੋਂ ਮਾਲਕ ਰਹਿਮਤ ਕਰਕੇ ਸੋਹਣੀ ਅਕਲ ਦੀ ਦਾਤ ਬਖਸ਼ਦੇ ਹਨ, ਫਿਰ ਮਨੁੱਖ ਦੀ ਜਿਹੜੀ ਬੁੱਧੀ ਹੈ, ਮਨ ਹੈ, ਉਹਦੇ 'ਚ ਹਮੇਸ਼ਾ ਖੇੜਾ ਬਣਿਆ ਰਹਿੰਦਾ ਹੈ। ਨਾਨਕ ਭਗਤਾਂ
ਸਦਾ ਵਿਗਾਸ ਵਾਲਾ ਖੇੜਾ। ਤੇ ਜਿਹਦੇ ਤੇ ਦਾਤੇ ਦੀ ਰਹਿਮਤ ਵਰਤੀ, ਇਹ ਗੁਰਮਤੀ ਅਕਲ ਪ੍ਰਾਪਤ ਹੋਈ। ਕੁਸ਼ਲ ਥਾਨੰ, ਉਹਦੀ ਅੰਦਰ ਦਾ ਜਿਹੜਾ ਮਨ ਦਾ ਟਿਕਾਣਾ ਹੈ ਉਹ ਵੀ ਖੇੜੇ ਵਾਲਾ ਟਿਕਾਣਾ ਬਣ ਜਾਂਦਾ ਹੈ। ਉਹ ਐਨ ਖੇੜੇ ਵਾਲੀ ਅਵਸਥਾ 'ਚ ਰਹਿੰਦਾ ਹੈ, ਮਨ 'ਚ ਖੇੜਾ ਬਣਿਆ ਰਹਿੰਦਾ ਹੈ। ਬਸਯੰਤ ਰਿਖਿਅੰ ਤਿਆਗ ਮਾਨੰ। ਬਸਯੰਤ ਭਾਵ ਵਸ ਦੇ ਵਿੱਚ ਆ ਜਾਂਦੀਆਂ ਹਨ ਕੀ ਇੰਦਰੀਆਂ। ਰਿਖਿਅੰ ਦਾ ਭਾਵ ਹੈ ਇੰਦਰੀਆਂ। ਸ਼ਬਦ ਪੜ੍ਹਨਾ ਹੈ ਬਸਯੰਤ, ਬੱਬਾ ਸੱਸੇ ਦੇ ਸਿਹਾਰੀ, ਐੜਾ ਉੱਪਰ ਟਿੱਪੀ ਤੱਤਾ, ਬਸਯੰਤ ਰਿਖਿਅੰ। ਇੰਦਰੀਆਂ ਫਿਰ ਉਹਦੇ, ਜਿਵੇਂ ਆਪਾਂ ਕਹਿੰਦੇ ਜੀ ਸਾਡਾ ਮਨ ਕਾਬੂ 'ਚ ਨਹੀਂ ਆ, ਅੱਖਾਂ ਕਾਬੂ 'ਚ ਨਹੀਂ ਰਹਿੰਦੀਆਂ, ਅਸੀਂ ਨਹੀਂ ਬੋਲਣਾ ਚਾਹੁੰਦੇ ਸਾਂ, ਮੂੰਹ 'ਚੋਂ ਬੋਲ ਨਿਕਲ ਗਏ। ਨਹੀਂ ਜੇ ਉਹਨਾਂ ਦੇ ਕੋਲ, ਮਾੜੇ ਬੰਦਿਆਂ ਦੇ ਕੋਲ ਜਾ ਕੇ ਬਹਿਣਾ ਚਾਹੁੰਦੇ ਸਾਂ, ਪਰ ਫਿਰ ਵੀ ਕੀ ਕਰਦੇ ਜੀ, ਪਹੁੰਚ ਗਏ ਤੇ ਮਾੜੇ ਬੋਲ ਸੁਣ ਲਏ। ਕਹਿਣ ਦਾ ਭਾਵ ਕਿ ਆਪਣੇ ਆਪ ਦੇ ਉੱਪਰ ਕੰਟਰੋਲ ਨਾ ਹੋਣਾ। ਮਹਾਰਾਜ ਕਹਿੰਦੇ ਤੇਰੀਆਂ ਇੰਦਰੀਆਂ ਦੇ ਉੱਪਰ ਵੀ ਕੰਟਰੋਲ ਤੇ ਕਾਬੂ ਬਣ ਜਾਏਗਾ। ਨਾ ਪੈਰ ਮਾੜੇ ਪਾਸੇ ਜਾਣਗੇ, ਨਾ ਜ਼ੁਬਾਨ ਮਾੜਾ ਬੋਲੇਗੀ, ਨਾ ਅੱਖਾਂ ਮਾੜਾ ਵੇਖਣਗੀਆਂ, ਨਾ ਕੰਨ ਮਾੜਾ ਸੁਣਨਗੇ। ਪਰ ਇਹ ਰਹਿਮਤ ਬਣਨੀ ਕਦੋਂ ਹੈ? ਜਦੋਂ ਮਾਲਕ ਨੇ ਰਹਿਮਤ ਕਰਕੇ ਤੈਨੂੰ ਚੰਗੀ ਅਕਲ ਦੀ ਦਾਤ ਬਖਸ਼ੀ। ਤਿਆਗ ਮਾਨੰ, ਫਿਰ ਮਨ 'ਚੋਂ ਮਾਣ ਹੰਕਾਰ ਵੀ ਮੁੱਕ ਜਾਏਗਾ। ਸ਼ੀਤਲੰਤ ਰਿਦਿਅੰ ਦ੍ਰਿੜ ਸੰਤ ਗਿਆਨੰ, ਜਦੋਂ ਗੁਰੂ ਦੇ ਗਿਆਨ ਨੂੰ ਜੀਵਨ ਅੰਦਰ ਦ੍ਰਿੜ ਕਰਾਂਗੇ ਤੇ ਫਿਰ ਜਿਹੜਾ ਹਿਰਦਾ ਹੈ ਐਨ ਠੰਡਾ ਠਾਰ ਹੋਏਗਾ। ਫਿਰ ਬਾਹਰ ਦੇ ਕਿਸੇ ਦੇ ਤਪਸ਼ ਵਾਲੇ ਬੋਲ ਵੀ ਤਪਾ ਨਹੀਂ ਸਕਣਗੇ। ਜਦੋਂ ਅੰਦਰ ਬਿਰਤੀ ਐਨ ਠੰਡੀ ਤੇ ਨਿਮਰਤਾ ਵਾਲੀ ਬਣ ਗਈ, ਫਿਰ ਅਜਰ ਨੂੰ ਜਰਨ ਵਾਲੀ ਬਿਰਤੀ ਬਣਦੀ ਹੈ। ਨਾ ਬੰਦਾ ਮਾੜਾ ਬੋਲਦਾ ਹੈ, ਤੇ ਜੇ ਕੋਈ ਮਾੜਾ ਬੋਲ ਵੀ ਦਵੇ ਤੇ ਤਾਂ ਵੀ ਐਨ ਸ਼ਾਂਤ ਰਹਿੰਦਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕਿਛ ਪਾਏ। ਇੱਥੋਂ ਤੱਕ ਫਰੀਦ ਸਾਹਿਬ ਕਹਿੰਦੇ ਜੋ ਤੈ ਮਾਰਨ ਮੁੱਕੀਆਂ ਤੇ ਨਾ ਮਾਰਿਆ ਕੁਮ। ਹੁਣ ਇਹ ਬਿਰਤੀ ਕਦੋਂ ਬਣਦੀ ਹੈ? ਕਿਉਂਕਿ ਅਸੀਂ ਤਾਂ ਇੱਕ ਦੀਆਂ ਦੋ ਸੁਣਾਉਣੀਆਂ ਚਾਹੁੰਦੇ ਹਾਂ, ਇੱਕ ਦੀਆਂ ਚਾਰ ਮਾਰਨੀਆਂ ਚਾਹੁੰਦੇ ਹਾਂ। ਪਰ ਜਦੋਂ ਮਾਲਕ ਰਹਿਮਤ ਕਰਕੇ ਇੱਕ ਧੀਰਜ, ਇੱਕ ਸਹਿਜ, ਇੱਕ ਟਿਕਾ ਵਾਲੀ ਬਿਰਤੀ ਬਖਸ਼ਦੇ ਹਨ, ਫਿਰ ਜੀਵਨ ਦੀ ਅਵਸਥਾ ਉੱਥੋਂ ਤੱਕ ਬਣਦੀ ਹੈ ਕਿ ਜੋ ਤੈ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪਨੜਾ ਕਰ ਜਾਈਏ ਪੈਰ ਤਿੰਨਾਂ ਦੇ ਚੁੰਮ। ਇਹ ਐਨ ਠੰਡਾ ਠਾਰ ਸ਼ੀਤਲ ਹਿਰਦਾ। ਰਹੰਤ ਜਨਮੰ ਹਰ ਦਰਸ ਲੀਣਾ, ਜਿਹੜਾ ਪਰਮਾਤਮਾ ਦੇ ਦਰਸ਼ਨ ਦੀਦਾਰ 'ਚ ਲੀਨ ਹੋ ਗਿਆ, ਅਪੇਧ ਹੋ ਗਿਆ, ਉਹਦਾ ਜਨਮ ਮਰਨ ਦਾ ਜੋ ਗੇੜ ਹੈ ਉਹ ਮੁੱਕ ਜਾਂਦਾ ਹੈ, ਕੱਟਿਆ ਜਾਂਦਾ ਹੈ, ਖਤਮ ਹੁੰਦਾ ਹੈ। ਬਾਜੰਤ ਨਾਨਕ ਸ਼ਬਦ ਬੀਣਾ। ਤੇ ਫਿਰ ਮਹਾਰਾਜ ਕਹਿੰਦੇ ਉਹਦੇ ਹਿਰਦੇ 'ਚ, ਉਹਦੇ ਅੰਦਰ ਇੱਦਾਂ ਸਮਝੋ ਕਿ ਪਰਮਾਤਮਾ ਦੀ ਸਿਫਤ ਸਲਾਹ ਦੀ ਜਿਹੜੀ ਵੀਣਾ ਹੈ, ਜਿਹੜਾ ਵਾਜਾ ਹੈ, ਧੁਨ ਹੈ, ਉਹ ਹਰ ਵਕਤ ਵੱਜਦੀ ਹੈ। ਹਰ ਵਕਤ ਉਹਦੇ ਅੰਦਰ ਪਰਮਾਤਮਾ ਦੀ ਸਿਫਤ ਸਲਾਹ ਦੇ ਤਰਾਨੇ ਚੱਲਦੇ ਰਹਿੰਦੇ ਹਨ। ਕਿਹਦੇ ਉੱਪਰ? ਜਿਹਦੇ ਤੇ ਦਾਤੇ ਨੇ ਕਿਰਪਾ ਕਰਕੇ ਜਿਹਨੂੰ ਚੰਗੀ ਅਕਲ, ਚੰਗੀ ਮੱਤ, ਚੰਗੇ ਗਿਆਨ ਦੀ ਦਾਤ ਬਖਸ਼ੀ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ 'ਚ 5 ਖੰਡਾਂ ਦੀ ਗੱਲ ਕੀਤੀ ਹੈ ਤੇ ਚੌਥੇ ਖੰਡ 'ਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਮਨੁੱਖ ਦੀ ਮਤ, ਬੁੱਧ, ਅਕਲ ਇਹਦੀ ਘਾੜਤ ਘੜੀ ਜਾਂਦੀ ਹੈ। 5 ਖੰਡ ਹਨ, ਧਰਮ ਖੰਡ ਔਰ ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ ਤੇ ਸੱਚ ਖੰਡ। ਤੇ ਸ਼ਰਮ ਖੰਡ ਦੀ ਗੱਲ ਕਰਦਿਆਂ ਹਜੂਰ ਕਹਿੰਦੇ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਜਿਹੜਾ ਉਸ ਅਵਸਥਾ ਤੇ ਪਹੁੰਚ ਗਿਆ, ਉੱਥੇ ਫਿਰ ਉਹਦੇ ਜੀਵਨ ਦੀ ਅਨੂਪ ਵੱਖਰੀ ਘਾੜਤ ਘੜੀ ਜਾਂਦੀ ਹੈ। ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਤੇ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਉਹ ਜਿਹੜੀ ਅਵਸਥਾ ਹੈ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਜੇ ਕੋ ਕਹੇ ਪਿੱਛੇ ਪਛਤਾਏ, ਜੇ ਕੋਈ ਕਹਿਣ ਦੀ ਕੋਸ਼ਿਸ਼ ਵੀ ਕਰੇ ਉਹਨੂੰ ਵੀ ਪਛਤਾਉਣਾ ਪੈਂਦਾ ਕਿ ਮੈਂ ਕਹਿਣ ਦੀ ਹਿੰਮਤ ਕੀਤੀ ਪਰ ਕਹਿ ਨਹੀਂ ਸਕਿਆ। ਫਿਰ ਮਹਾਰਾਜ ਕਹਿੰਦੇ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਸੁਰਤ ਦੀ, ਮਤ ਦੀ, ਮਨ ਦੀ,
ਬੁੱਧੀ ਦੀ ਘਾੜਤ ਕੜੀ ਗਈ। ਤੇ ਜਦੋਂ ਇਹ ਜੀਵਨ ਦੀ ਘਾੜਤ, ਅੰਦਰ ਦੀ ਘਾੜਤ, ਹੁਣ ਵੇਖੋ ਆਪਾਂ ਬਾਹਰੋਂ ਆਪਣੇ ਆਪ ਨੂੰ ਸ਼ਿੰਗਾਰਨ ਦਾ ਬਹੁਤ ਯਤਨ ਕਰਦੇ ਹਾਂ, ਬੰਦੇ ਵੀ ਕਰਦੇ ਹਨ ਔਰ ਬੀਬੀਆਂ ਭੈਣਾਂ ਵੀ ਕਰਦੀਆਂ ਹਨ। ਹਰ ਬੰਦਾ ਆਪਣੇ ਆਪ ਨੂੰ ਬਾਹਰੋਂ ਸੋਹਣਾ ਰੱਖਣ ਦੇ ਲਈ, ਸੰਸਾਰ ਸਾਹਮਣੇ ਸੋਹਣਾ ਵਿਖਾਉਣ ਦੇ ਲਈ ਯਤਨ ਕਰਦਾ ਹੈ, ਕਰਨਾ ਵੀ ਚਾਹੀਦਾ ਹੈ। ਪਰ ਸਾਡਾ ਸਾਰਾ ਯਤਨ, ਸਾਰਾ ਉਦਮ ਕੇਵਲ ਸਰੀਰ ਪੱਧਰ ਦਾ ਨਹੀਂ ਹੋਣਾ ਚਾਹੀਦਾ। ਕੇਵਲ ਸੂਰਤ ਨੂੰ ਸਵਾਰਨ ਦਾ ਯਤਨ ਨਾ ਕਰੀਏ, ਅੰਦਰ ਦੀ ਸੀਰਤ ਨੂੰ ਵੀ ਸਵਾਰਨ ਦਾ ਯਤਨ ਕਰੀਏ। ਨਹੀਂ ਤੇ ਕਈ ਬੰਦੇ ਵੇਖਣ ਨੂੰ ਤੇ ਬੜੇ ਸੋਹਣੇ ਗੋਰੇ ਚਿੱਟੇ ਹੁੰਦੇ ਹਨ, ਪਰ ਉਹਨਾਂ ਦੇ ਕੰਮ ਬੜੇ ਮਾੜੇ ਹੁੰਦੇ ਨੇ, ਤੇ ਉਹ ਚਿੱਟੇ ਗੋਰੇ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਸੋਹਣੇ ਨਹੀਂ ਲੱਗਦੇ ਹਨ। ਤੇ ਕਈ ਐਸੇ ਵੀ ਹੁੰਦੇ ਹਨ, ਰੰਗ ਭਾਵੇਂ ਮਾਲਕ ਨੇ ਕੁਝ ਪੱਕਾ ਵੀ ਦਿੱਤਾ ਹੈ, ਪਰ ਐਨ ਹਸਮੁਖ ਸੁਭਾਅ, ਜਿੱਥੇ ਜਾਂਦੇ ਰੌਣਕਾਂ ਲਾ ਦਿੰਦੇ ਹਨ, ਤੇ ਉਹ ਸਭ ਨੂੰ ਬੜੇ ਸੋਹਣੇ ਲੱਗਦੇ ਹਨ। ਹੁਣ ਗੱਲ ਬਾਹਰ ਦੀ ਸੂਰਤ ਦੀ ਨਹੀਂ ਹੈ, ਗੱਲ ਅੰਦਰ ਦੀ ਸੀਰਤ ਦੀ ਹੈ, ਅੰਦਰ ਦੀ ਤਸਵੀਰ ਦੀ ਹੈ। ਤੇ ਜਿਹਨੇ ਆਪਣੇ ਅੰਦਰ ਦੀ ਤਸਵੀਰ ਨੂੰ, ਅੰਦਰ ਦੀ ਸ਼ਖਸੀਅਤ ਨੂੰ ਸਵਾਰ ਲਿਆ, ਉਹ ਬਾਹਰੋਂ ਆਪਣੇ ਆਪ ਸੋਹਣਾ ਲੱਗੇਗਾ। ਤੇ ਜਿਹਨੇ ਆਪਣੇ ਅੰਦਰ ਨੂੰ ਨਾ ਸਵਾਰਿਆ, ਬਾਹਰੋਂ ਜਿੰਨਾ ਮਰਜ਼ੀ ਸੋਹਣਾ ਬਣਨ ਦਾ ਯਤਨ ਕਰੇ, ਹੋ ਸਕਦਾ ਉਹ ਬਾਹਰ ਦਾ ਸੋਹਣਾ ਵੀ ਦੁਨੀਆ ਦੇ ਲਈ ਕਰੂਪ ਹੋਵੇ, ਜਿਹੜਾ ਅੰਦਰੋਂ ਨਹੀਂ ਸਵਰਿਆ ਹੋਇਆ। ਹੁਣ ਹੁੰਦਾ ਤੇ ਬੰਦਾ ਹੀ ਹੈ, ਪਰ ਗੁਰੂ ਕਹਿੰਦੇ ਹਨ ਇਹ ਪਸ਼ੂ ਹੈ। ਕਾਰਨ ਕੀ ਹੈ? ਬਾਹਰੋਂ ਥੋੜ੍ਹਾ ਉਹਦੇ ਕੋਈ ਦੋ ਸਿੰਘ ਹਨ ਜਾਂ ਕੋਈ ਪੂਛ ਉੱਗ ਗਈ ਹੈ। ਉਹਦਾ ਵਿਹਾਰ, ਉਹਦੇ ਕਰਮ ਪਸ਼ੂਆਂ ਵਾਲੇ ਹੋਏ। ਗੁਰੂ ਨੇ ਕਹਿ ਦਿੱਤਾ ਕਰਤੂਤ ਪਸ਼ੂ ਕੀ ਮਾਨਸ ਜਾਤ, ਕਿਉਂਕਿ ਕੰਮ ਪਸ਼ੂਆਂ ਵਾਲੇ ਬਣ ਗਏ। ਸੋ ਇਸ ਕਰਕੇ ਪਸ਼ੂ ਨਹੀਂ, ਗੁਰੂ ਨੇ ਸਾਨੂੰ ਇਨਸਾਨ ਵੀ ਨਹੀਂ, ਸਾਨੂੰ ਦੇਵਤੇ ਬਣਾਇਆ ਹੈ। ਤੇ ਉਹ ਦੇਵ ਬਿਰਤੀ ਤੱਕ ਆਪਾਂ ਤਾਂ ਪਹੁੰਚ ਸਕਦੇ ਹਾਂ ਜੇ ਸਾਡੀ ਅੰਦਰ ਦੀ ਸੀਰਤ ਸਵਰ ਗਈ ਹੈ, ਜੇ ਸਾਡਾ ਅੰਦਰ ਦਾ ਗੁਪਤ ਚਿੱਤਰ ਸਵਰ ਗਿਆ ਹੈ। ਜੇ ਆਪਾਂ ਅੰਦਰੋਂ ਸੋਹਣੇ ਬਣ ਗਏ ਤੇ ਫਿਰ ਬਾਹਰੋਂ ਆਪਣੇ ਆਪ ਸੋਹਣੇ ਹਾਂ। ਤੇ ਉਹ ਤਿੱਥੈ ਘੜੀਆ ਸੁਰਤ ਮਤ ਮਨ ਬੁੱਧ ਵਾਲੀ ਅਵਸਥਾ ਗੁਰੂ ਕਿਰਪਾ ਕਰੇ ਸਾਡੀ ਬਣੇ, ਗੁਰਬਾਣੀ ਸਾਡੇ ਜੀਵਨ ਦਾ ਸ਼ਿੰਗਾਰ ਬਣੇ, ਆਧਾਰ ਬਣੇ। ਆਪਾਂ ਅੰਦਰੋਂ ਬਾਹਰੋਂ ਸੋਹਣੇ ਬਣ ਕੇ ਸਰਬੱਤ ਦੇ ਭਲੇ ਦੇ ਮਾਰਗ 'ਤੇ ਚੱਲੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਕੱਲ੍ਹ ਵੀ ਬੇਨਤੀ ਕੀਤੀ ਸੀ, ਆਪ ਵੀ ਜੁੜੋ, ਹੋਰ ਵੀ ਵੱਧ ਤੋਂ ਵੱਧ ਸੰਗਤਾਂ ਨੂੰ ਪ੍ਰੇਰ ਕੇ ਜੋੜੋ, ਤਾਂ ਕਿ ਵੱਧ ਤੋਂ ਵੱਧ ਸੰਗਤਾਂ ਗੁਰਬਾਣੀ ਵਿਚਾਰ ਦਾ ਲਾਹਾ ਲੈ ਸਕਣ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ।